ਗੁਰੂ ਵਾਹਿ 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 ਗੁਰੂ ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸਾਨੂੰ ਸਮਝਾਉਂਦੇ ਵੀ ਇਹ ਸੰਸਾਰ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ, ਇੱਥੇ ਆ ਕੇ ਸਾਡਾ ਮਨ ਤ੍ਰੈ ਗੁਣਾਂ ਦੇ ਵਿੱਚ ਵਿਚਾਰਾਂ 'ਚ ਭਰਮ 'ਚ ਚਲਾ ਜਾਂਦਾ। ਫਿਰ ਭਰਮ ਦੇ ਵਿੱਚ ਗਿਆ ਹੋਇਆ ਇਹਦੇ ਅੰਦਰ ਬਹੁਤ ਸਾਰੇ ਡਰ, ਸਹਿਮ, ਇਹਦੇ ਅੰਦਰ ਇਹ ਵਿਚਾਰ ਚੱਲਦੇ। ਸਤਿਗੁਰੂ ਕਹਿੰਦੇ ਬਈ ਜਿਹਨੂੰ ਡਰ ਲੱਗਦਾ ਹੈ ਜਮਾਂ ਤੋਂ, ਜਿਹਨੂੰ ਡਰ ਲੱਗਦਾ ਮੌਤ ਤੋਂ, ਜਨਮ ਮਰਨ ਤੋਂ, ਫਿਰ ਉਹ ਕੀ ਕਰੇ? ਕਹਿੰਦੇ ਉਹ ਸਾਧੂ ਜਨਾਂ ਦੀ ਸੰਗਤ ਕਰੇ, ਉਹਨਾਂ ਦੀ ਸ਼ਰਨ ਦੇ ਵਿੱਚ ਜਾਵੇ। ਜਦੋਂ ਅਸੀਂ ਸਾਧੂ ਜਨਾਂ ਦੀ ਸ਼ਰਨ ਦੇ ਵਿੱਚ ਜਾਵਾਂਗੇ, ਸਾਡੇ ਸਾਰੇ ਡਰ, ਸਾਡੇ ਭਰਮ, ਇਹ ਸਭ ਖਤਮ ਹੋ ਜਾਂਦੇ। ਸਤਿਗੁਰੂ ਇਸ ਲਈ ਫਰਮਾਉਂਦੇ, ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾਂ ਕੀ ਸ਼ਰਨੀ ਪਰੇ। ਵੀ ਜੇ ਕਿਸੇ ਨੂੰ ਡਰ ਹੈ, ਮੌਤ ਤੋਂ ਡਰ ਲੱਗਦਾ ਸਾਨੂੰ, ਵੀ ਸਾਨੂੰ ਕਿਤੇ ਮੌਤ ਨਾ ਆਜੇ, ਗਾਂ ਅਸੀਂ ਪਤਾ ਨਹੀਂ ਕਿੱਥੇ ਚਲੇ ਜਾਣ, ਸਾਡੇ ਅੰਦਰ ਇਹ ਡਰ ਹੈ। ਹੁਣ ਮਹਾਰਾਜ ਕਹਿੰਦੇ ਵੀ ਜਿਹਨੂੰ ਇਹ ਡਰ ਲੱਗਦਾ ਵੀ ਉਹ ਸਤ ਸੰਗਤ ਕਰੇ, ਸਾਧੂ ਜਨਾਂ ਦਾ ਸੰਗ ਕਰੇ। ਜਦੋਂ ਅਸੀਂ ਫਿਰ ਸਤ ਸੰਗਤ ਕਰਦੇ ਹਾਂ, ਸਾਧੂ ਜਨਾਂ ਦਾ ਸੰਗ ਕਰਦੇ ਹਾਂ, ਫਿਰ ਉਹ ਸਾਨੂੰ ਨਿਰਭਉ ਦੇ ਨਾਲ ਜੋੜ ਦਿੰਦੇ। ਮਾਲਕ ਆਪ ਨਿਰਭਉ ਹੈ, ਜਿਹਨੂੰ ਕਿਸੇ ਦਾ ਕੋਈ ਭੈ ਨਹੀਂ।
ਜਦੋਂ ਅਸੀਂ ਨਿਰਭਉ ਨੂੰ ਜਪਾਂਗੇ, ਨਿਰਭਉ ਦੇ ਨਾਲ ਜੁੜ ਜਾਂਗੇ, ਫਿਰ ਸਾਡੇ ਵੀ ਸਾਰੇ ਭੈ, ਸਾਡੇ ਡਾਰੇ ਖਤਮ ਹੋ ਜਾਂਦੇ। ਮਾਰੇ ਫਰਮਾਉਂਦੇ ਨਿਰਭਉ ਜਪੈ ਸਗਲ ਭੈ ਮਿਟੇ। ਬਈ ਜਦੋਂ ਅਸੀਂ ਨਿਰਭਉ ਨੂੰ ਜਪਾਂਗੇ ਤੇ ਸਾਡੇ ਡਰ ਸਭ ਖਤਮ ਹੋ ਜਾਣੇ। ਹੁਣ ਨਿਰਭਉ ਨੂੰ ਫਿਰ ਕਿਵੇਂ ਜਪਣਾ, ਉਹ ਸਾਨੂੰ ਵਿਧੀ ਜੁਗਤੀ ਤਰੀਕਾ ਸਾਧੂ ਜਨ ਦੱਸਦੇ ਵੀ ਕਿਵੇਂ ਜਪਣਾ, ਕਿਹੜੇ ਸਮੇਂ ਜਪਣਾ, ਤਾਂ ਕਿ ਅਸੀਂ ਨਿਰਭਉ ਹੋ ਜਾਈਏ। ਉਹ ਫਿਰ ਆਪਾਂ ਨੂੰ ਦੱਸਦੇ ਵੀ ਸਿਮਰਨ ਕਰੋ ਤੇ ਦਿਨ ਰਾਤ ਕਰੋ, ਵੀ ਇਹਦੇ ਵਿੱਚ ਕੋਈ ਢਿੱਲ ਨਾ ਵਰਤ। ਦਿਨਸ ਰਾਤ ਅਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਬਈ ਦਿਨ ਰਾਤ ਉਹਨੂੰ ਅਰਾਧੋ, ਇੱਕ ਵੀ ਢਿੱਲ ਨਾ ਵਰਤੋ ਇਹਦੇ ਵਿੱਚ ਸ਼ਨ ਪਲਤੀ। ਵੀ ਤੁਸੀਂ ਆਚਾਰਨ ਕਰੋ, ਮੁਖ ਦੁਆਰਾ ਬੋਲੋ, ਉਚਰੋ ਰਾਮ ਨਾਮ ਲੱਖ ਵਰੀਆ, ਲੱਖਾਂ ਵਾਰ ਜਪਦੇ ਜਾਓ, ਜਪਦੇ ਜਾਓ, ਤਾਂ ਕਿ ਸਾਡੇ ਹਿਰਦੇ ਵਿੱਚ ਵਸ ਜਾਵੇ, ਸਾਡੇ ਮਨ 'ਚ ਵਸ ਜਾਵੇ। ਹੁਣ ਇਸ ਲਈ ਫਿਰ ਉਹਨਾਂ ਨੇ ਆਪਾਂ ਨੂੰ, ਸਾਧੂ ਜਨਾਂ ਨੇ ਸਿਮਰਨ 'ਤੇ ਲਾਉਣਾ, ਸਾਨੂੰ ਨਾਲ ਨਾਲ ਗੁਰੂ ਦੀ ਮੱਤ ਗਿਆਨ ਦੇਣਾ, ਨਾਲ ਨਾਲ ਗਿਆਨ ਦੇ ਕੇ ਉਹਨਾਂ ਨੇ ਸਾਨੂੰ ਬ੍ਰਹਮ ਦਾ, ਸਾਡੇ ਜਿਹੜੇ ਭਰਮ ਨੇ, ਸਾਡੇ ਜਿਹੜੇ ਸ਼ੰਕੇ ਨੇ, ਇਹ ਭਰਮ ਦੇ ਪਰਦੇ ਸਾਡੇ ਚੁੱਕਦੇ ਜਾਣਾ ਉਹਨਾਂ ਨੇ। ਮਹਾਰਾਜ ਇਸ ਲਈ ਫਰਮਾਉਂਦੇ, ਸਰਬ ਸੁਖਾਂ ਬਣੇ ਤੇਰੇ ਓਲੇ, ਭਰਮ ਕੇ ਪੜਦੇ ਸਤਿਗੁਰ ਖੋਲੇ। ਬਈ ਸਾਡੇ ਅੰਦਰ ਇਹ ਭਰਮ ਹੈ, ਵਿਚਾਰ ਫੁਰਨੇ, ਭਰਮ ਦੇ ਵਿੱਚ ਹੀ ਅਸੀਂ ਡਰਦੇ, ਭਰਮ ਦੇ ਵਿੱਚ ਹੀ ਸਾਡੇ ਅੰਦਰ ਸਹਿੰਸੇ ਫਿਕਰ ਨੇ, ਚਿੰਤਾਵਾਂ ਨੇ, ਸਾਡੇ ਅੰਦਰ ਭੈ ਹੈ, ਡਰ ਹੈ। ਹੁਣ ਜਦੋਂ ਅਸੀਂ ਨਿਰਭਉ ਨੂੰ ਜਪਾਂਗੇ ਤੇ ਸਾਡੇ ਸਾਰੀ ਸਹਿੰਸੇ ਫਿਕਰ ਚਿੰਤਾਵਾਂ ਖਤਮ ਹੋ ਜਾਣ। ਮਹਾਰਾਜ ਇਸ ਲਈ ਫਰਮਾਉਂਦੇ, ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ। ਵੀ ਜਦੋਂ ਅਸੀਂ ਮਾਲਕ ਨੂੰ ਸਵਾਸ ਸਵਾਸ ਸਿਮਰਾਂਗੇ, ਸਾਡੇ ਮਨ ਦੀ ਚਿੰਤਾ ਹੀ ਫਿਕਰ ਹੋ ਜਾ, ਖਤਮ ਹੋ ਜਾਣੀ, ਸਾਰੀ ਚਿੰਤਾ ਫਿਕਰ ਲੱਥ ਜਾਣ, ਜਿਹੜੇ ਡਰ ਨੇ ਸਹਿਮ ਨੇ ਸਭ ਖਤਮ ਹੋ ਜਾਣ। ਹੁਣ ਜੇ ਤਾਂ ਅਸੀਂ ਜਪਾਂਗੇ ਫਿਰ ਤਾਂ ਖਤਮ ਹੋਣਗੇ, ਜੇ ਨਹੀਂ ਜਪਾਂਗੇ ਫਿਰ ਨਹੀਂ ਹੋਣੇ। ਫਿਰ ਸਾਨੂੰ ਚਿੰਤਾਵਾਂ ਫਿਕਰ ਇਹ ਲੱਗੀ ਰਹਿਣੀ, ਫਿਰ ਸਾਡੇ ਅੰਦਰ ਡਰ ਵੀ ਬਣਿਆ ਹੀ ਰਹਿਣਾ, ਬਈ ਸਾਨੂੰ ਮੌਤ ਤੋਂ ਡਰ ਲੱਗਦਾ, ਜਨਮ ਮਰਨ ਤੋਂ ਡਰ ਲੱਗਦਾ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਹਨੂੰ ਇਹ ਡਰ ਲੱਗਦਾ ਵੀ ਉਹ ਫਿਰ ਸਾਧੂ ਜਨਾਂ ਦੀ ਸ਼ਰਨ ਦੇ ਵਿੱਚ ਜਾਵੇ। ਸ਼ਰਨ 'ਚ ਜਾਣ ਦਾ ਭਾਵ ਹੁੰਦਾ ਹੈ ਬਈ ਜੋ ਸਾਨੂੰ ਬਚਨ ਕਰਦੇ ਉਹਨਾਂ ਦੇ ਬਚਨਾਂ ਨੂੰ ਕਮਾਵੇ, ਉਹ ਉਹਨਾਂ ਦੇ ਬਚਨਾਂ ਨੂੰ ਮੰਨੇ ਅਤੇ ਹਿਰਦੇ 'ਚ ਵਸਾਵੇ। ਜੇ ਤਾਂ ਅਸੀਂ ਉਹਨਾਂ ਦੇ ਬਚਨਾਂ ਨੂੰ ਮੰਨਦੇ ਫਿਰ ਤਾਂ ਅਸੀਂ ਸਾਧੂ ਜਨਾਂ ਨੂੰ ਮੰਨਦੇ। ਜੇ ਅਸੀਂ ਉਹਨਾਂ ਦਾ ਬਚਨ ਹੀ ਨਹੀਂ ਮੰਨਦੇ, ਕਮਾਉਂਦੇ ਹੀ ਨਹੀਂ, ਫਿਰ ਅਸੀਂ ਉਹਨਾਂ ਨੂੰ ਮੰਨਦੇ ਹੀ ਨਹੀਂ। ਮੰਨਣਾ ਤਾਂ ਹੁੰਦਾ ਵੀ ਉਹਨਾਂ ਦਾ ਬਚਨ ਮੰਨਣਾ। ਬਈ ਜਿਵੇਂ ਹੁਣ ਆਪਾਂ ਨੂੰ ਗੁਰਬਾਣੀ ਗੁਰੂ ਨੂੰ ਮੰਨਣਾ ਕੀ ਹੈ, ਜੋ ਸਾਨੂੰ ਬਚਨ ਕਰਦੇ, ਜੇ ਤਾਂ ਅਸੀਂ ਉਹਨਾਂ ਬਚਨਾਂ ਨੂੰ ਮੰਨਦੇ ਫਿਰ ਤਾਂ ਅਸੀਂ ਗੁਰਬਾਣੀ ਨੂੰ ਗੁਰੂ ਮੰਨਦੇ। ਜੇ ਹੁਣ ਇਹਨਾਂ ਦਾ ਬਚਨ ਹੀ ਨਹੀਂ ਮੰਨਦੇ ਅਤੇ ਫਿਰ ਅਸੀਂ ਗੁਰੂ ਦੀ ਮੰਨਦੇ ਥੋੜ੍ਹੀ ਹਾਂ, ਗੁਰੂ ਮੰਨਦੇ ਹੀ ਨਹੀਂ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਗੁਰ ਕਹੇ ਆਸਾ ਘਰ ਕਮਾਵੋ, ਵੀ ਜਿਹੜੀ ਕਾਰ ਸਾਨੂੰ ਗੁਰੂ ਕਹਿ ਰਿਹਾ ਜੀ ਉਹ ਕਮਾਈਏ, ਫਿਰ ਅਸੀਂ ਨਿਰਭਉ ਹੋ ਸਕਦੇ।
ਜਿਹੜੇ ਫਿਰ ਸੰਤ ਮਾਲਕ ਦੇ ਨਾਲ ਜੁੜ ਜਾਂਦੇ, ਉਹਨਾਂ ਨੂੰ ਤਾਈਓ ਫਿਰ ਕਿਸੇ ਕਿਸਮ ਦਾ ਕੋਈ ਭੈ ਨਹੀਂ ਰਹਿੰਦਾ, ਕਿਉਂਕਿ ਸੰਤ ਮਾਲਕ ਦੇ ਬਣ ਗਏ ਅਤੇ ਮਾਲਕ ਸੰਤਾਂ ਦੇ। ਉਹਨਾਂ ਨੂੰ ਨਾ ਜਮਾਂ ਦਾ ਭੈ ਅਤੇ ਨਾ ਜਨਮ ਮਰਨ ਦਾ ਭੈ। ਮਹਾਰਾਜ ਇਸ ਲਈ ਫਰਮਾਉਂਦੇ, ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇੜੇ। ਬਈ ਜਿਹੜਾ ਤੇਰਾ ਸੇਵਕ, ਸੇਵਕ ਦਾ ਕੰਮ ਹੁੰਦਾ ਵੀ ਸੇਵਾ ਕਰਨੀ, ਜਿਹੜਾ ਮਾਲਕ ਦੀ ਸੇਵਾ ਕਰਦਾ, ਹੁਣ ਉਹਦੇ ਸੇਵਕ ਨੂੰ ਕੋਈ ਭੈ ਨਹੀਂ, ਉਹਦੇ ਜਮ ਨੇ ਜਿਹੜੇ ਉਹ ਨੇੜੇ ਵੀ ਨਹੀਂ ਆਉਂਦੇ। ਹੁਣ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜੇ ਅਸੀਂ ਵੀ ਪਰਮਾਤਮਾ ਨਿਰੰਕਾਰ ਦੇ ਨਾਲ ਜੁੜ ਜਾਂਗੇ, ਜੇ ਆਪਾਂ ਵੀ ਇਹ ਬ੍ਰਹਮ ਦਾ ਗਿਆਨ ਲੈ ਲਾਂਗੇ, ਸਾਡੀ ਟੁੱਟੀ ਹੋਈ ਇੱਕ ਵਾਰ ਉੱਥੇ ਜੁੜ ਜਾਵੇ ਜਿੱਥੋਂ ਟੁੱਟੀ, ਨਾਮ ਦੇ ਨਾਲ। ਜੇ ਸਾਡੀ ਟੁੱਟੀ ਹੋਈ ਇੱਕ ਵਾਰ ਜੁੜ ਗਈ, ਫਿਰ ਚਾਹੇ ਲੱਖਾਂ ਹੀ ਲਹਿਰਾਂ ਹੋਣ, ਫਿਰ ਉਹ ਮਾਲਕ ਸਾਨੂੰ ਇਹਨਾਂ ਲਹਿਰਾਂ 'ਚ ਡੁੱਬਣ ਨਹੀਂ ਦਿੰਦਾ, ਸਾਨੂੰ ਦੁੱਖਾਂ 'ਚ ਨਹੀਂ ਜਾਣ ਦਿੰਦਾ। ਮਹਾਰਾਜ ਇਸ ਲਈ ਫਰਮਾਉਂਦੇ, ਲਗੜੀ ਸੋ ਥਾਨ ਜੋੜਨ ਹਾਰੇ ਜੋੜੀਏ, ਨਾਨਕ ਲਹਿਰੀ ਲੱਖ ਸਿਆਣ, ਡੁੱਬਣ ਦੇ ਨਾ ਮਾਂ ਪੀਰੀ। ਬਈ ਇੱਕ ਵਾਰ ਸਾਡੀ ਉਹ ਥਾਂ 'ਤੇ ਲੱਗ ਜਾਵੇ ਜਿੱਥੋਂ ਸਾਡੀ ਟੁੱਟੀ ਹੈ ਨਾਮ ਦੇ ਨਾਲੋਂ, ਪਰਮਾਤਮਾ ਦੇ ਚਰਨਾਂ ਦੇ ਨਾਲ। ਅਸੀਂ ਮਾਲਕ ਦੇ ਚਰਨਾਂ ਨਾਲ ਜੁੜ ਜਾਈਏ, ਟੁੱਟੀ ਹੋਈ ਸਾਡੀ ਗੰਢੀ ਜਾਵੇ ਸ਼ਬਦ ਗੁਰੂ ਨਾਲ, ਨਾਦ ਦੇ ਨਾਲ। ਫਿਰ ਚਾਹੇ ਲੱਖਾਂ ਕਰੋੜਾਂ ਲਹਿਰਾਂ ਹੋਣ ਵਿਚਾਰਾਂ ਦੀਆਂ, ਕਿਉਂਕਿ ਇੱਧਰ ਤ੍ਰੈ ਗੁਣਾਂ 'ਚ ਲਹਿਰਾਂ ਚੱਲਦੀਆਂ। ਇਹਨੂੰ ਭਾਵ ਸਾਗਰ ਕਹਿੰਦੇ, ਜਿਵੇਂ ਸਮੁੰਦਰ 'ਚ ਆਪਾਂ ਦੇਖਦੇ ਨਾ ਲਹਿਰਾਂ ਉੱਠਦੀਆਂ। ਹੁਣ ਇਸੇ ਤਰ੍ਹਾਂ ਹੀ ਇਹਨੂੰ ਤ੍ਰੈ ਗੁਣਾਂ ਨੂੰ ਭਵ ਸਾਗਰ ਕਹਿੰਦੇ, ਭਵ ਜਲ। ਇਹ ਭਵ ਜਲ ਦੇ ਵਿੱਚ ਲਹਿਰਾਂ ਉੱਠਦੀਆਂ ਨੇ। ਕਦੇ ਰਜੋ ਗੁਣ ਦੀ ਲਹਿਰ ਆ ਗਈ, ਇਹਨੂੰ ਅਗਨ ਸਾਗਰ ਕਹਿੰਦੇ। ਕਦੇ ਤਮੋ ਗੁਣ ਦੀ ਲਹਿਰ ਆ ਗਈ, ਇਹਨੂੰ ਬਿਕ ਸਾਗਰ ਕਹਿੰਦੇ। ਕਦੇ ਸਤੋ ਗੁਣ ਦੀ ਲਹਿਰ ਆ ਗਈ, ਉਹਨੂੰ ਸੁਖ ਸਾਗਰ ਕਹਿੰਦੇ। ਹੁਣ ਇਹਨਾਂ ਲਹਿਰਾਂ ਦੇ ਵਿੱਚ ਸਾਡਾ ਮਨ ਗੋਤੇ ਖਾਂਦਾ, ਜਿਵੇਂ ਜੀਵ ਡੁੱਬਦਾ ਹੁੰਦਾ ਨਾ, ਕਦੇ ਉੱਪਰ ਆਉਂਦਾ ਕਦੇ ਥੱਲੇ ਜਾਂਦਾ। ਹੁਣ ਇਸੇ ਤਰ੍ਹਾਂ ਹੀ ਜਦੋਂ ਇਹ ਲਹਿਰਾਂ 'ਚ ਹੁੰਦਾ, ਫਿਰ ਇਹ ਗੋਤੇ ਖਾਂਦਾ ਅਤੇ ਕਦੇ ਤਾਂ ਉੱਪਰ ਆਉਂਦਾ ਸਤੋ ਗੁਣ 'ਤੇ, ਕਦੇ ਉਹ ਤੋਂ ਫਿਰ ਥੱਲੇ ਚਲਾ ਜਾਂਦਾ ਤਮੋ ਗੁਣ 'ਤੇ। ਇਸ ਨੂੰ ਫਿਰ ਮਹਾਰਾਜ ਫਰਮਾਉਂਦੇ, ਕਬੂ ਜੀਰਾ ਊਬ ਚੜ੍ਹਤ ਹੈ, ਕਬੂ ਜਾਏ ਪਿਆਲੇ। ਵੀ ਕਿਤੇ ਤਾਂ ਮਨ ਉੱਪਰ ਆਉਂਦਾ, ਕਦੇ ਥੱਲੇ ਚਲਾ ਜਾਂਦਾ। ਲਹਿਰਾਂ 'ਚ ਨਾ, ਲਹਿਰਾਂ ਦੇ ਵਿੱਚ ਗੋਤੇ ਖਾਂਦਾ। ਇਹਨੂੰ ਘੁੰਮਣ ਘੇਰੀ ਵੀ ਕਹਿੰਦੇ। ਜਿਵੇਂ ਆਪਾਂ ਦੇਖਦੇ ਕਈ ਥਾਵਾਂ 'ਤੇ ਪਾਣੀ ਦੇ ਵਿੱਚ ਉਹ ਘੁੰਮਣ ਘੇਰੀ ਪੈਂਦੀ। ਜੇ ਉਹ ਘੁੰਮਣ ਘੇਰੀ 'ਚ ਜੀਵ ਫਸ ਜੇ, ਉੱਥੋਂ ਨਿਕਲ ਨਹੀਂ ਸਕਦਾ। ਹੁਣ ਇਸੇ ਤਰ੍ਹਾਂ ਹੀ ਇਹਨੂੰ ਫਿਰ ਘੁੰਮਣ ਘੇਰੀ ਵੀ ਕਹਿੰਦੇ। ਵੀ ਇੱਥੋਂ ਨਿਕਲਣ ਵਾਸਤੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ। ਗੁਰੂ ਦਾ ਸ਼ਬਦ ਹੀ ਇੱਥੋਂ ਸਾਨੂੰ ਕੱਢ ਸਕਦਾ, ਨਹੀਂ ਤਾਂ ਅਸੀਂ ਇਹ ਘੁੰਮਣ ਘੇਰੀ ਦੇ ਵਿੱਚ ਹੀ ਘੁੰਮੀ ਜਾਵਾਂਗੇ, ਡੁੱਬੀ ਜਾਵਾਂਗੇ, ਗੋਤੇ ਖਾਈ ਜਾਵਾਂਗੇ, ਨਿਕਲ ਨਹੀਂ ਸਕਦੇ ਇੱਥੋਂ ਬਾਹਰ। ਸੋ ਤਾਂ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਕਹਿੰਦੇ, ਜੇ ਹੁਣ ਅਸੀਂ ਉਹ ਸ਼ਬਦ ਦੇ ਨਾਲ ਜੁੜ ਜਾਈਏ, ਨਾਮ ਦੇ ਨਾਲ, ਫਿਰ ਅਸੀਂ ਇਹਨਾਂ ਲਹਿਰਾਂ ਦੇ ਵਿੱਚ ਡੁੱਬਦੇ ਨਹੀਂ। ਫਿਰ ਮਾਲਕ ਸਾਨੂੰ ਇਹਨਾਂ ਲਹਿਰਾਂ 'ਚ ਬਹਿਣ ਨਹੀਂ ਦਿੰਦਾ, ਫਿਰ ਉਹ ਸਾਨੂੰ ਇਹਨਾਂ ਲਹਿਰਾਂ ਤੋਂ ਉੱਪਰ ਚੁੱਕ ਲੈਂਦਾ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਲੱਖਾਂ ਹੀ ਲਹਿਰਾਂ ਹੋਣ, ਪਰ ਉਹ ਮਾਲਕ ਫਿਰ ਡੁੱਬਣ ਨਹੀਂ ਦਿੰਦਾ ਜਦੋਂ ਸਾਡੀ ਉਹਦੇ ਨਾਲ ਲੱਗ ਗਈ, ਜਦੋਂ ਅਸੀਂ ਉਹਦੇ ਚਰਨਾਂ ਦੇ ਨਾਲ ਜੁੜ ਗਏ। ਹੁਣ ਇਸ ਵਾਸਤੇ ਫਿਰ ਕਹਿੰਦੇ ਵੀ ਇਹ ਭਵ ਸਾਗਰ ਨੂੰ
ਸ਼ਬਦ ਤੋਂ ਬਿਨਾਂ, ਨਾਮ ਤੋਂ ਬਿਨਾਂ ਤਰਿਆ ਨਹੀਂ ਜਾ ਸਕਦਾ। ਭਵ ਜਲ ਬੇਖਮ ਸਗਾਹੋ ਪਰ ਸ਼ਬਦੀ ਪਾਰ ਪਾਏ। ਵੀ ਇਹ ਜਿਹੜਾ ਭਵ ਜਲ ਹੈ ਬੜਾ ਵਿਖੜਿਆ ਹੋਇਆ ਰਸਤਾ, ਬੇਖਮ ਔਖਾ, ਵੀ ਇਹਨੂੰ ਗੁਰੂ ਦੇ ਸ਼ਬਦ ਤੋਂ ਬਿਨਾਂ ਪਾਰ ਨਹੀਂ ਹੋਇਆ ਜਾ ਸਕਦਾ। ਹੁਣ ਇਸ ਸੰਸਾਰ ਦੇ ਵਿੱਚ ਮਨ ਸਾਡਾ ਦੁਵਿਧਾ 'ਚ ਪਿਆ ਹੋਇਆ, ਵੈਰ ਵਿਰੋਧ 'ਚ ਜਦੋਂ ਇਹ ਚਲਾ ਜਾਂਦਾ ਹੈ, ਫਿਰ ਮਹਾਰਾਜ ਕਹਿੰਦੇ ਵੀ ਇਹ ਦੁਵਿਧਾ ਦਾ ਮਾਰਿਆ ਹੋਇਆ, ਫਿਰ ਇਹ ਭਵ ਸਾਗਰ ਨੂੰ ਕਿਵੇਂ ਤਰੇ? ਫਿਰ ਇਹ ਤਰ ਨਹੀਂ ਸਕਦਾ। ਬਿਨ ਸ਼ਬਦੇ ਭਵ ਜਲ ਕਿਉਂ ਤਰੀਏ? ਵੀ ਇਹ ਭਵ ਜਲ ਨੂੰ ਬਿਨਾਂ ਸ਼ਬਦ ਤੋਂ ਫਿਰ ਕਿਵੇਂ ਤਰੇ ਮਨ? ਵੀ ਇਹਨੂੰ ਰੋਗ ਲੱਗਿਆ ਦੁਵਿਧਾ, ਦੁਵਿਧਾ ਡੁੱਬ ਡੁੱਬ ਮਰੀਏ। ਵੀ ਦੁਵਿਧਾ ਦੇ ਵਿੱਚ ਡੁੱਬ ਡੁੱਬ ਕੇ ਮਰਦਾ, ਇਹਦੇ ਵਿੱਚ ਭਵ ਸਾਗਰ ਦੇ ਵਿੱਚ ਹੀ ਡੁੱਬ ਜਾਂਦਾ। ਹੁਣ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦ ਤੱਕ ਅਸੀਂ ਇਹ ਭਵ ਸਾਗਰ ਦੇ ਵਿੱਚ ਉਹਨਾਂ ਸਮਾਂ ਅਸੀਂ ਜਨਮ ਮਰਨ ਦੇ ਵਿੱਚ, ਇਹਨੂੰ ਤਰਲੋਕੀ ਕਹਿੰਦੇ। ਕਦੇ ਅਸੀਂ ਆਕਾਸ਼ ਲੋਕ ਨੂੰ ਚਲੇ ਜਾਵਾਂਗੇ, ਪੰਛੀ ਬਣ ਜਾਵਾਂਗੇ, ਕਦੇ ਅਸੀਂ ਪਤਾਲ ਲੋਕ ਨੂੰ ਚਲੇ ਜਾਵਾਂਗੇ, ਪਾਣੀ ਦੇ ਜਾਨਵਰ ਬਣ ਜਾਵਾਂਗੇ, ਕਦੇ ਅਸੀਂ ਆ ਭੂਮ ਲੋਕ 'ਚ ਆ ਜਾਵਾਂਗੇ, ਫਸਲ ਬਾੜੀਆਂ ਦਰਖਤ ਕੋਈ ਬਣਾ ਕੇ ਸਾਨੂੰ ਖੜਾ ਕਰ ਦੇਣਗੇ। ਹੁਣ ਇਹਨੂੰ ਕਹਿੰਦੇ ਤਰਲੋਕੀ। ਅਤੇ ਤਰਲੋਕੀ ਦੇ ਵਿੱਚੋਂ ਨਿਕਲਦੇ ਨਿਕਲਦੇ ਮਾਨਸ ਜਾਮੇ ਤੱਕ ਪਹੁੰਚਣ ਵਾਸਤੇ ਕਈ ਯੁੱਗ ਲੰਘ ਜਾਂਦੇ। ਮਹਾਰਾਜ ਇਸ ਲਈ ਫਰਮਾਉਂਦੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਬਈ ਇੰਨਾ ਲੰਮਾ ਸਮਾਂ ਅਸੀਂ ਜੀਵਨ ਦੀ ਬਾਜੀ ਨੂੰ ਹਾਰਦੇ ਰਹਿੰਦੇ, ਕਿਉਂਕਿ ਹੋਰਾਂ ਕਾਰਾਂ 'ਚ ਸਾਨੂੰ ਇਹ ਮੌਕਾ ਨਹੀਂ ਦਿੱਤਾ ਜਾਂਦਾ, ਸਾਨੂੰ ਇਹ ਵਾਰੀ ਨਹੀਂ ਦਿੱਤੀ ਜਾਂਦੀ, ਕਿਸੇ ਨੂੰ ਇੰਨਾ ਗਿਆਨ ਨਹੀਂ ਹੈ। ਸਿਰਫ ਇਹ ਆਪਾਂ ਨੂੰ ਮਾਨਸ ਜਾਮੇ 'ਚ ਹੀ ਇਹ ਸਭ ਤੋਂ ਵੱਧ ਸੁੱਖ ਸਹੂਲਤਾਂ, ਹੋਰ ਕਿਸੇ ਆਕਾਰ ਦੇ ਵਿੱਚ ਕਿਸੇ ਨੂੰ ਇੰਨੀਆਂ ਸੁੱਖ ਸਹੂਲਤਾਂ ਨਹੀਂ ਜਿੰਨੀਆਂ ਆਪਾਂ ਨੂੰ। ਜੇ ਹੁਣ ਮਾਨਸ ਜਾਮਾ ਮਿਲਣ ਦੇ ਬਾਵਜੂਦ ਵੀ ਜੇ ਅਸੀਂ ਦੁਖੀ ਹਾਂ, ਅਤੇ ਫਿਰ ਅਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਵੀ ਹੋਰਾਂ ਜੂਨਾਂ 'ਚ ਕਿੰਨਾ ਦੁੱਖ ਹੋਏਗਾ। ਹੁਣ ਆਪਾਂ ਚੱਲਦੇ ਫਿਰਦੇ ਹਾਂ, ਕਈ ਕੀੜੇ ਮਕੌੜੇ ਆਪਣੇ ਪੈਰਾਂ ਥੱਲੇ ਆ ਜਾਂਦੇ, ਪੈਰਾਂ ਥੱਲੇ ਆ ਕੇ ਉਹਨਾਂ ਦੀਆਂ ਲੱਤਾਂ ਬਾਹਾਂ ਟੁੱਟ ਜਾਂਦੀ। ਹੁਣ ਉਹ ਪਏ ਤੜਫੀ ਜਾਂਦੇ, ਉਹਨਾਂ ਨੂੰ ਕੋਈ ਇਹ ਨਹੀਂ ਵੀ ਉਹਨਾਂ ਨੂੰ ਕੋਈ ਫੜ ਕੇ ਡਾਕਟਰ ਕੋਲ ਲੈ ਕੇ ਜਾਓ ਜਾਂ ਉਹਨਾਂ ਨੂੰ ਕੋਈ ਦਾਰੂ ਬੂਟੀ ਦਵਾਓ। ਇਹ ਤਾਂ ਸਿਰਫ ਆਪਾਂ ਨੂੰ ਹੀ ਆ, ਮਾਨਸ ਜਾਮੇ 'ਚ ਆਪਾਂ ਹੀ ਕਰਦੇ। ਸੋ ਤਾਂ ਫਿਰ ਆਪਾਂ ਨੂੰ ਮਹਾਰਾਜ ਕਹਿੰਦੇ ਬਈ ਪਹਿਲਾਂ ਅਸੀਂ ਇੰਨਿਆਂ ਆਕਾਰਾਂ ਦੇ ਵਿੱਚੋਂ ਨਿਕਲਦੇ ਨਿਕਲਦੇ ਮਸਾਂ ਸਾਨੂੰ ਇਹ ਮਾਨਸ ਜਾਮਾ ਮਿਲਿਆ। ਬਈ ਹੁਣ ਮਾਨਸ ਜਾਮੇ ਵਿੱਚ ਹੁੰਦੇ ਹੋਏ ਤੁਸੀਂ ਦੁਬਾਰਾ ਵਾਪਸ ਨਾ ਉੱਧਰ ਨੂੰ ਮੁੜ ਜਿਓ। ਫਿਰ ਵੀ ਹੁਣ ਸਾਨੂੰ ਇਹ ਵਾਰੀ, ਹੁਣ ਸਾਨੂੰ ਇਹ ਮੌਕਾ ਮਿਲਿਆ ਵੀ ਹੁਣ ਅਸੀਂ ਮਾਲਕ ਦੇ ਨਾਲ ਜੁੜ ਜਾਈਏ, ਹੁਣ ਅਸੀਂ ਨਾਮ ਦੇ ਨਾਲ ਜੁੜ ਜਾਈਏ। ਜਿੰਨੇ ਵੀ 84 ਲੱਖ ਜੂਨ ਹੈ, ਨਾਮ ਹੈ ਸਭ ਦੇ ਅੰਦਰ ਹੀ। ਨਾਮ ਸਭ ਦੇ ਅੰਦਰ ਹੋਣ ਕਰਕੇ ਸਭ ਨੂੰ ਗਿਆਨ ਵੀ, ਬਈ ਕੋਈ ਛੋਟੇ ਤੋਂ ਛੋਟਾ ਜੀਵ ਵੀ ਹੈ, ਉਹਨੂੰ ਵੀ ਗਿਆਨ ਹੈ। ਉਹਨੂੰ ਆਪਾਂ ਮਾਰਨ ਦੀ ਕੋਸ਼ਿਸ਼ ਕਰੀਏ, ਆਪਦੀ ਜਾਨ ਬਚਾਉਣ ਵਾਸਤੇ ਭੱਜਦਾ, ਕਿਉਂਕਿ ਉਹਨੂੰ ਗਿਆਨ ਹੈ। ਉਹਨੂੰ ਗਿਆਨ ਕਿਉਂ ਹੈ? ਕਿਉਂਕਿ ਉਹਦੇ ਅੰਦਰ ਬੀਜ ਮੰਤਰ, ਬੀਜ ਮੰਤਰ ਕਹਿੰਦੇ ਨਾਮ ਨੂੰ। ਮਹਾਰਾਜ ਫਰਮਾਉਂਦੇ ਬੀਜ ਮੰਤਰ ਸਰਬ ਕੋ ਗਿਆਨ। ਵੀ ਸਾਰਿਆਂ ਦੇ ਅੰਦਰ ਬੀਜ ਮੰਤਰ ਹੋਣ ਕਰਕੇ ਸਭ ਨੂੰ ਗਿਆਨ। ਹੁਣ ਗਿਆਨ ਤਾਂ ਹੈਗਾ ਉਹਨਾਂ ਕਾ, ਪਰ ਸਭ ਤੋਂ ਵੱਧ ਗਿਆਨ ਆਪਾਂ ਨੂੰ ਮਾਨਸ ਜਾਮੇ ਵਿੱਚ। ਹੁਣ ਆਪਾਂ ਨੂੰ ਕਹਿੰਦੇ ਵੀ ਮਾਨਸ ਜਾਮੇ ਵਿੱਚ ਹੁੰਦੇ ਹੋਏ ਅਸੀਂ ਉਹ ਨਾਮ ਨੂੰ ਬੁੱਝਣਾ, ਉਹ ਹੁਕਮ ਨੂੰ ਬੁੱਝਣਾ ਵੀ ਉਹ ਹੁਕਮ ਹੈ ਕੀ।
ਵੀ ਉਹ ਬੀਜ ਮੰਤਰ ਹੈ ਕੀ ਹੈ, ਵੀ ਜਿਹਦੇ ਆਸਰੇ ਸਾਰੀ 84 ਲੱਖ ਜੂਨ ਚੱਲਦੀ। ਵੀ ਉਹ ਬੀਜ ਮੰਤਰ ਕਿਹਨੂੰ ਕਹਿੰਦੇ ਨੇ, ਹੁਕਮ ਕਿਹਨੂੰ ਕਹਿੰਦੇ ਨੇ, ਹੁਕਮ ਦੁਆਰਾ ਕਿਵੇਂ ਇਹ ਸਾਰਾ ਖੇਲ ਚੱਲਦਾ। ਜੋ ਆਵਾ ਪੜ੍ਹਦੇ ਰੋਜ਼ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਹੁਣ ਸਾਰਾ ਕੁਛ ਉਹਦੇ ਹੁਕਮ ਦੁਆਰਾ ਹੀ ਚੱਲਦਾ, ਮਾਲਕ ਦੇ। ਤੇ ਹੁਕਮ ਕੀ ਹੈ ਵੀ ਜਿਹਦੇ ਦੁਆਰਾ ਚੱਲਦਾ, ਉਹ ਹੁਕਮ ਨੂੰ ਬੁੱਝਣਾ, ਉਹ ਹੁਕਮ ਦੇ ਵਿੱਚ ਆਉਣ। ਹੁਣ ਚੱਲ ਸਾਰਾ ਕੁਛ ਉਹਦੇ ਹੁਕਮ 'ਚ ਹੀ ਰਿਹਾ, ਪਰ ਹੋਰਾਂ ਜੂਨਾਂ 'ਚ ਕਿਸੇ ਨੂੰ ਇੰਨਾ ਭੇਤ ਨਹੀਂ ਵੀ ਉਹ ਹੁਕਮ ਨੂੰ ਬੁੱਝ ਲੈਣ, ਉਹ ਹੁਕਮ ਨੂੰ ਜਾਣ ਲੈਣ ਵੀ ਉਹ ਹੁਕਮ ਹੈ ਕੀ ਹੈ। ਸਿਰਫ ਇਹ ਮੌਕਾ ਆਪਾਂ ਨੂੰ ਮਾਨਸ ਜਾਮੇ 'ਚ ਹੀ ਦਿੱਤਾ ਜਾਂਦਾ ਵੀ ਹੁਣ ਤੁਸੀਂ ਹੁਕਮ ਨੂੰ ਬੁੱਝ ਲਓ, ਹੁਣ ਤੁਸੀਂ ਹੁਕਮ ਨੂੰ ਜਾਣ ਲਓ ਅਤੇ ਹੁਕਮ ਦੇ ਵਿੱਚ ਆ ਜਾਓ। ਜੇ ਅਸੀਂ ਹੁਕਮ ਨੂੰ ਜਾਣ ਲਾਂਗੇ, ਹੁਕਮ ਦੇ ਵਿੱਚ ਆ ਜਾਵਾਂਗੇ, ਸਾਡੇ ਅੰਦਰ ਹਉਮੈ ਨਹੀਂ ਰਹਿੰਦੀ, ਸਾਡੇ ਅੰਦਰੋਂ ਹਉਮੈ ਦਾ ਨਾਸ ਹੋ ਜਾਂਦਾ, ਸਾਡਾ ਆਪਣਾ ਆਪਾ ਹੀ ਖਤਮ ਹੋ ਜਾਂਦਾ, ਮਿਟ ਜਾਂਦਾ। ਮਹਾਰਾਜ ਇਸੇ ਵਾਸਤੇ ਜੀ ਫਰਮਾਉਂਦੇ, ਨਾਨਕ ਹੁਕਮੇ ਜੇ ਬੂਝੇ ਤਾਂ ਹਉਮੈ ਕਹੇ ਨਾ ਕੋਈ। ਵੀ ਜੇ ਅਸੀਂ ਹੁਕਮ ਨੂੰ ਬੁੱਝ ਲਾਂਗੇ ਤੇ ਸਾਡਾ ਆਪਣਾ ਆਪਾ ਹੀ ਮਿਟ ਜਾਣਾ, ਖਤਮ ਹੋ ਜਾਣਾ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਹੁਕਮ ਦੇ ਵਿੱਚ ਆਵੋ। ਜੇ ਹੁਣ ਆਪਾਂ ਵੀ ਹੁਕਮ ਨੂੰ ਭੁੱਲੇ ਬੈਠੇ, ਜਿਹਨੇ ਹੋਰ 84 ਲੱਖ ਜੂਨ ਉਹ ਵੀ ਹੁਕਮ ਤੋਂ ਆਕੀ ਨੇ, ਉਹਨਾਂ ਨੂੰ ਨਹੀਂ ਹੁਕਮ ਦਾ ਭੇਤ। ਆਪਾਂ ਨੂੰ ਮਾਨਸ ਜਾਮਾ ਮਿਲ ਗਿਆ ਅਤੇ ਆਪਾਂ ਨੂੰ ਨਹੀਂ ਹੁਕਮ ਦਾ ਭੇਤ ਆਇਆ। ਆਪਾਂ ਵੀ ਉਹਦੇ ਹੁਕਮ 'ਚ ਨਾ ਆਏ, ਆਪਾਂ ਵੀ ਹੁਕਮ ਨੂੰ ਨਾ ਬੁੱਝੇ। ਫਿਰ ਆਪਣੇ ਵਿੱਚ ਅਤੇ ਹੋਰਾਂ ਪਸ਼ੂਆਂ ਪੰਛੀਆਂ ਦੇ ਵਿੱਚ ਫਿਰ ਕੋਈ ਬਹੁਤਾ ਅੰਤਰ ਨਹੀਂ ਹੈ। ਅੰਤਰ ਤਾਂ ਹੈ ਜਾਂ ਤਾਂ ਅਸੀਂ ਹੁਕਮ ਦੇ ਵਿੱਚ ਆਈਏ, ਫਿਰ ਤਾਂ ਅੰਤਰ। ਜੇ ਹੁਣ ਉਹ ਵੀ ਹੁਕਮ ਤੋਂ ਆਕੀ ਚੱਲ ਰਹੇ ਨੇ ਅਤੇ ਆਪਾਂ ਵੀ ਹੁਕਮ ਤੋਂ ਆਕੀ ਚੱਲ ਰਹੇ, ਫਿਰ ਮਹਾਰਾਜ ਇਸੀ ਵਾਸਤੇ 'ਚ ਕਹਿੰਦੇ ਬਈ ਇਹ ਮਾਨਸ ਜਾਮੇ ਵਿੱਚ ਹੁੰਦੇ ਹੋਏ ਵੀ ਇਹ ਪਸ਼ੂ ਦੇ ਪ੍ਰੀਤਾਂ ਤੋਂ ਵੀ ਭੈੜੇ ਨੇ। ਬਈ ਜਿਹਨੇ ਮਾਲਕ ਨੇ ਸਿਰਜਣਾ ਕੀਤੀ ਸਾਡੀ, ਉਹ ਸਿਰਜਣਹਾਰ ਨੂੰ ਜਾਣੇ ਹੀ ਨਹੀਂ। ਜੋ ਹੁਕਮ ਸੀ ਉਹ ਹੁਕਮ ਨੂੰ ਬੁੱਝਿਆ ਨਹੀਂ, ਅਤੇ ਹੁਕਮ ਤੋਂ ਬਿਨਾਂ ਸਾਡਾ ਜਿਹੜਾ ਜੀਵਨ ਉਹ ਸਾਰਾ ਹੀ ਵਿਅਰਥ। ਮਹਾਰਾਜ ਇਸ ਲਈ ਫਰਮਾਉਂਦੇ, ਚਿਰੰਕਾਲ ਭਾਈ ਦੁਰਲੰਭ ਦੇ, ਨਾਮ ਬਿਹੂਣੀ ਹੋਈ ਖੇ, ਪਸ਼ੂ ਪ੍ਰੇਤ ਮੁਗਤ ਤੇ ਬੁਰੀ, ਤਿਸੇ ਨਾ ਬੂਝੇ ਜੈਨੇ ਹੋ ਸਿਰੀ। ਬਈ ਜੇ ਅਸੀਂ ਨਾਮ ਨੂੰ ਨਹੀਂ ਬੁੱਝਿਆ ਤੇ ਕਹਿੰਦੇ ਖੇ, ਨਾਮ ਤੋਂ ਬਿਨਾਂ ਤਾਂ ਮਿੱਟੀ। ਤੇ ਕੀ ਤੋਂ ਭੈੜੇ, ਕਹਿੰਦੇ ਪਸ਼ੂ ਤੇ ਪ੍ਰੇਤਾਂ ਤੋਂ ਵੀ ਬੁਰੀ, ਉਹ ਤੋਂ ਵੀ ਭੈੜਾ। ਸੋ ਤਾਂ ਫਿਰ ਸਾਡੇ ਮਨ ਨੂੰ, ਜੇ ਅਸੀਂ ਹੁਕਮ ਨੂੰ ਨਹੀਂ ਬੁੱਝਦੇ ਸਿਰਜਣਹਾਰ ਨੂੰ, ਫਿਰ ਸਾਡੇ ਮਨ ਨੂੰ ਚੋਰ ਕਹਿੰਦੇ। ਇਹ ਹੁਣ ਹੁਕਮ ਦਾ ਭੇਦ ਸਾਨੂੰ ਸਤ ਸੰਗਤ ਤੋਂ ਬਿਨਾਂ ਆਉਂਦਾ ਨਹੀਂ। ਤਾਈਓ ਸਤਿਗੁਰੂ ਕਹਿੰਦੇ ਵੀ ਜਿਹੜੇ ਜੀਵ ਸਤਸੰਗ 'ਚ ਨਹੀਂ ਆਉਂਦੇ, ਨਹੀਂ ਸਤਸੰਗਤ ਕਰਦੇ, ਉਹ ਪਸ਼ੂਆਂ ਵਰਗੇ। ਬਈ ਬੇਸ਼ੱਕ ਉਹ ਦੇਖਣ ਨੂੰ ਤਾਂ ਮਾਨਸ ਲੱਗਦੇ ਵੀ ਮਾਨਸ ਨੇ, ਬੜੇ ਸੋਹਣੇ ਨੇ, ਪਰ ਹੈ ਉਹ ਪਸ਼ੂਆਂ, ਉਹਨਾਂ ਦੀ ਵਿਰਤੀ ਪਸ਼ੂਆਂ ਵਾਲੀ। ਜਿਵੇਂ ਪਸ਼ੂ ਭਾਅ ਢਾਉਂਦਾ, ਸਾਰੀ ਉਮਰ ਮਨਮੁਖ ਭਾਰੀ ਢਾਉਂਦੇ ਰਹਿੰਦੇ, ਇੱਕ ਦੂਜੇ ਦਾ ਨਿੰਦਿਆ ਕਰ ਕਰਕੇ, ਵੈਰ ਵਿਰੋਧ ਕਰ ਕਰਕੇ। ਮਹਾਰਾਜ ਇਸ ਲਈ ਫਰਮਾਉਂਦੇ, ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਵਸ਼ ਢੋਰ, ਜਿਨ ਕੀਤੀ ਤਿਸੇ ਨ ਜਾਣਨੀ, ਬਿਨ ਨਾਮੇ ਸਭ ਚੋਰ। ਨਾਮ ਤੋਂ ਬਿਨਾਂ ਸਾਡਾ ਮਨ ਚੋਰ ਹੈ। ਹੁਣ ਜਿਹੜਾ ਚੋਰ ਹੈ ਤੇ ਚੋਰ ਦੇ ਕੁੱਟ ਪੈਂਦੀ। ਜਿਵੇਂ ਕੋਈ ਚੋਰ ਦੂਜੇ ਘਰ ਸੰਨ ਲਾਉਂਦਾ, ਫੜ ਲਿਆ ਜਾਵੇ, ਤੇ ਉਹ ਚੋਰ ਦੇ ਕੁੱਟ ਕਿਵੇਂ ਪੈਂਦੀ, ਸਾਰੀ ਕੁੱਟਦੇ ਉਹਨੂੰ। ਹੁਣ ਇਸੇ ਤਰ੍ਹਾਂ ਹੀ ਨਾਮ ਤੋਂ ਬਿਨਾਂ ਸਾਡਾ ਮਨ ਚੋਰ ਹੈ। ਇਹਨੂੰ ਜਮ ਕੁੱਟਦੀ, ਜਮਾਂ ਦੀ ਮਾਰ ਪੈਂਦੀ ਇਹਨੂੰ। ਮਹਾਰਾਜ ਇਸ ਲਈ ਫਰਮਾਉਂਦੇ, ਜਿਨੀ ਨਾਮ ਵਸਾਰੇ ਆ, ਬਹੁ ਕਰਮ ਕਮਾਵਣ ਹੋਰ,
ਨਾਨਕ ਜੰਪਰ ਵੱਧੇ ਮਾਰੀਏ ਜਿਉ ਸੰਨੀ ਉੱਪਰ ਚੋਰ। ਬਈ ਜਿਨ੍ਹਾਂ ਨੇ ਨਾਮ ਨੂੰ ਉਹ ਤਾਂ ਵਿਸਾਰ ਛੱਡੇ, ਹੁਕਮ ਤੋਂ ਆਕੀਨੇ, ਕਰਮ ਕਿਹੜੇ ਕਰਦੇ? ਕਰਮ ਕਰਦੇ ਅਵਰ ਕਾਜ। ਕਿਸੇ ਨਾਲ ਦੁਵਿਧਾ ਕਰ ਲਈ, ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੇ ਔਗਣ ਫਰੋਲ ਲਏ, ਕਿਸੇ ਦੀ ਉਸਤਤ ਕਰਤੀ ਅਤੇ ਕਿਸੇ ਦੀ ਬੁਰਾਈ ਕਰਤੀ। ਇਹ ਸਭ ਅਵਰ ਕਾਜ। ਮਹਾਰਾਜ ਕਹਿੰਦੇ ਨਾਮ ਨੂੰ ਵਿਸਾਰ ਕੇ ਜਿਹੜੇ ਅਵਰ ਕਾਜ ਕਰਨ ਲੱਗ ਗਏ, ਉਹ ਅਵਰ ਕਾਜ ਸਾਡੇ ਅੱਗੇ ਕਿਸੇ ਕੰਮ ਆਉਣ ਵਾਲੀ ਨਹੀਂ ਹੈ। ਤਾਂਹੀਓ ਸਾਨੂੰ ਰੋਜ਼ ਸਮਝਾਉਂਦੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਾਨੋ ਕਹਿੰਦੇ ਵੀ ਜਿਹੜਾ ਤੂੰ ਇਹ ਅਵਰ ਕਾਜ ਕਰਨ ਲੱਗੇ ਹੈ, ਇਹ ਤੇਰੇ ਕਿਸੇ ਕੰਮ ਆਉਣ ਵਾਲੇ ਨਹੀਂ। ਵੀ ਇਹ ਤੂੰ ਕਿਹੜੀ ਭੈੜੀ ਮੱਤ, ਕਿਹੜੀ ਤੂੰ ਕਮੱਤ ਲੈ ਲਈ। ਬਈ ਜੋ ਪਰਾਈ ਨਿੰਦਿਆ ਦੇ ਰਸਾਂ ਦੇ ਵਿੱਚ ਹੀ ਲੱਗਾ ਰਹਿੰਦਾ, ਦੌਦਾ ਵੈਰ ਵਿਰੋਧ 'ਚ ਹੀ ਲੱਗਿਆ ਰਹਿੰਦਾ। ਸਤਿਗੁਰੂ ਫਰਮਾਉਂਦੇ, ਮਨ ਰੇ ਕੌਣ ਕਮਤ ਤੇ ਲੀਨੀ, ਭਾਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਬਈ ਜੋ ਭਗਤੀ ਦਾ ਕਰਦਾ ਨਹੀਂ, ਤੂੰ ਕੀ ਕਰਦਾ? ਤੂੰ ਪਰਾਈ ਨਿੰਦੇ ਆ, ਉਹਦੇ ਵਿੱਚ ਤੂੰ ਲੱਗਾ ਰਹਿਣਾ। ਹੁਣ ਇਹਨੂੰ ਫਿਰ ਕਹਿੰਦੇ ਵੀ ਇਹਨੇ ਕਿੱਦਾਂ ਦੀ ਕਮੱਤ ਲੈ ਲਈ, ਇਹਨੂੰ ਭੈੜੀ ਮੱਤ ਕਹਿੰਦੇ। ਵੀ ਇਹ ਕਮੱਤ ਲੈਣ ਕਰਕੇ ਹੀ ਇਹ ਦੌਦਾ ਵੈਰ ਵਿਰੋਧ ਦੇ ਵਿੱਚ ਗਿਆ ਹੋਇਆ, ਈਰਖਾ ਨਫ਼ਰਤ ਦੇ ਵਿੱਚ ਚੱਲਦਾ। ਹੁਣ ਮਹਾਰਾਜ ਕਹਿੰਦੇ ਵੀ ਜਿਹੜਾ ਜੀਵ ਕਿਸੇ ਦੀ ਨਿੰਦਾ ਕਰਦਾ ਹੈ, ਉਹਨੂੰ ਮੂਰਖ ਕਹਿੰਦੇ ਗੁਰਬਾਣੀ 'ਚ। ਉਹ ਮੂਰਖ ਨੂੰ ਇਹ ਨਹੀਂ ਪਤਾ ਵੀ ਇਹਦੀ ਮੈਨੂੰ ਸਜ਼ਾ ਬੜੀ ਸਖਤ ਮਿਲਣੀ, ਮੇਰਾ ਮੂੰਹ ਕਾਲਾ ਕਰਕੇ ਮੈਨੂੰ ਨਰਕ 'ਚ ਸੁੱਟਿਆ ਜਾਣਾ ਜੀ, ਇੱਦਾਂ ਦਾ ਕਰਮ ਕਮਾਏਗਾ ਜੇ ਨਿੰਦਿਆ ਕਰੇਗਾ। ਤਾਈਓ ਮਹਾਰਾਜ ਨੇ ਸਾਨੂੰ ਬੜਾ ਸਪਸ਼ਟ ਸਮਝਾਇਆ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾਂ ਨਰਕੇ ਘੋਰ ਭਵਨ। ਬਈ ਜਿਹੜੇ ਜੀਵ ਨਿੰਦਾ ਕਰਦੇ ਕਿਸੇ ਦੀ, ਉਹਨਾਂ ਦਾ ਮੂੰਹ ਕਾਲਾ ਕਰਕੇ ਉਹਨਾਂ ਨੂੰ ਨਰਕਾਂ 'ਚ ਸੁੱਟ ਦਿੱਤਾ ਜਾਂਦਾ, ਸਜ਼ਾ ਮਿਲਦੀ। ਹੁਣ ਆਪ ਨੂੰ ਫਿਰ ਸਮਝਾਉਂਦੇ ਵੀ ਐਸੇ ਕਰਮ ਨਾ ਕਮਾਓ, ਵੀ ਐਸੇ ਮਾੜੇ ਲੇਖ ਨਾ ਲਿਖੋ ਆਪਦੇ। ਬਈ ਜੇ ਤੁਸੀਂ ਆਪਦੇ ਆਪ ਨੂੰ ਸੂਝਵਾਨ ਸਮਝਦੇ ਹੋ, ਅਕਲ ਵਾਲੇ ਸਮਝਦੇ ਹੋ, ਸਿਆਣੇ ਸਮਝਦੇ ਹੋ, ਫਿਰ ਤੁਸੀਂ ਐਸੇ ਆਪਦੇ ਲੇਖ ਨਾ ਲਿਖੋ ਕਾਲੇ, ਵੀ ਜਿਹਦੇ ਕਰਕੇ ਸਾਨੂੰ ਅੱਗੇ ਜਾ ਕੇ ਸਜ਼ਾ ਮਿਲੇ। ਮਹਾਰਾਜ ਇਸ ਲਈ ਫਰਮਾਉਂਦੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲੇਖ ਨਾ ਲੇਖ, ਆਪਣੇ ਗਿਰੇਵਾਨ ਮੈਂ ਸਿਰ ਨੀਵਾਂ ਕਰ ਦੇਖ। ਵੀ ਜੇ ਤੂੰ ਦੇਖਣਾ ਹੀ ਹੈ ਤੇ ਆਪਦੇ ਗਿਰੇਵਾਨ 'ਚ ਆਪਦੇ ਅੰਦਰ ਝਾਤੀ ਮਾਰ ਕੇ ਦੇਖ। ਤੂੰ ਦੂਸਰਿਆਂ ਦੀ ਜੋ ਨਿੰਦਿਆ ਕਰਦਾ ਹੈ, ਤੂੰ ਦੂਸਰਿਆਂ ਦੇ ਜੋ ਔਗਣ ਫਰੋਲਦਾ ਫਿਰਦਾ ਹੈ, ਤੂੰ ਜੇ ਦੇਖਣਾ ਤੇ ਆਪਦੇ ਅੰਦਰ ਦੇਖ ਵੀ ਤੇਰੇ ਵਿੱਚ ਕੀ। ਜਦੋਂ ਅਸੀਂ ਆਪਦੇ ਗਿਰੇਵਾਨ ਦੇ ਵਿੱਚ ਝਾਤੀ ਮਾਰ ਕੇ ਦੇਖਾਂਗੇ, ਫਿਰ ਸਾਨੂੰ ਪਤਾ ਲੱਗਦਾ ਵੀ ਸਾਡੇ ਅੰਦਰ ਇੰਨੇ ਔਗਣ ਨੇ ਵੀ ਜਿਵੇਂ ਸਮੁੰਦਰ ਦੇ ਵਿੱਚ ਪਾਣੀ। ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣ ਹਮਾਰੀ, ਫਿਰ ਪਤਾ ਲੱਗਦਾ ਵੀ ਅਸੀਂ ਤਾਂ ਇਹ ਗਲ ਤੱਕ ਔਗਣਾਂ ਦੇ ਨਾਲ ਡੁੱਬੇ ਪਏ, ਭਰੇ ਪਏ। ਵੀ ਇਸ ਵਾਸਤੇ ਫਿਰ ਕਹਿੰਦੇ ਵੀ ਜਦੋਂ ਅਸੀਂ ਬਾਹਰਮੁਖੀ ਹੁੰਦੇ ਹਾਂ, ਬਾਹਰਮੁਖੀ ਅਸੀਂ ਦੂਸਰਿਆਂ ਦੀ ਨਿੰਦਾ ਕਰਦੇ, ਬਾਹਰੋਂ ਅਸੀਂ ਦੂਸਰੇ ਦੀ ਨਿੰਦਿਆ ਕਰਕੇ ਦੂਸਰੇ ਦੇ ਔਗਣ ਫਰੋਲਦੇ। ਜਦੋਂ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ, ਗੁਰੂ ਦੀ ਮੱਤ ਲੈ ਕੇ ਚੱਲਦੇ ਹੋਏ ਜੇ ਅਸੀਂ ਬਾਹਰ ਲੱਭਣ ਜਾਵਾਂਗੇ ਨਾ ਵੀ ਅਸੀਂ ਕੋਈ ਬੁਰਾ ਬੰਦਾ ਲੱਭਣਾ,
ਫਿਰ ਸਾਨੂੰ ਬਾਹਰੋਂ ਕੋਈ ਬੁਰਾ ਨਹੀਂ ਲੱਭਣਾ। ਜਦੋਂ ਅਸੀਂ ਅੱਖਾਂ ਬੰਦ ਕਰਕੇ ਦੇਖਾਂਗੇ ਆਪਦੇ ਅੰਦਰ, ਤੇ ਫਿਰ ਸਾਨੂੰ ਪਤਾ ਲੱਗਣਾ ਮੇਰੇ ਤੋਂ ਬੁਰਾ ਹੋਰ ਕੋਈ ਹੈ ਹੀ ਨਹੀਂ। ਬਈ ਜੇ ਬੁਰਾ ਮੈਂ ਤਾਂ ਮੈਂ ਹੀ ਹਾਂ, ਮੇਰੇ ਅੰਦਰ ਹੀ ਔਗਣ ਨੇ, ਬਈ ਹੋਰ ਕੋਈ ਬੁਰਾ ਨਹੀਂ ਹੈ। ਬੁਰਾਈ ਸਾਨੂੰ ਉਦੋਂ ਦਿਸਦੀ ਜਦੋਂ ਸਾਡਾ ਮਨ ਮੈਲਾ ਹੁੰਦਾ, ਜਦੋਂ ਸਾਡਾ ਮਨ ਸ਼ੁੱਧ ਨਹੀਂ, ਜਦੋਂ ਅਸੀਂ ਆਪਦੇ ਅੰਦਰ ਝਾਤੀ ਨਹੀਂ ਮਾਰਦੇ, ਆਪਣਾ ਆਪਾ ਸਾਫ਼ ਨਹੀਂ, ਫਿਰ ਸਾਨੂੰ ਬਾਹਰ ਉਦੋਂ ਦਾ ਹੀ ਨਜ਼ਰ ਆਉਂਦਾ। ਜੋ ਸਾਡੇ ਮਨ ਦੇ ਵਿੱਚ ਉਹ ਸਾਨੂੰ ਬਾਹਰ ਦਿਸਦਾ। ਜਿਵੇਂ ਸ਼ੀਸ਼ਾ ਹੁੰਦਾ, ਸ਼ੀਸ਼ੇ ਨੂੰ ਆਰਸੀ ਕਹਿੰਦੇ, ਆਪਣਾ ਮਨ ਵੀ ਆਰਸੀ। ਜਿਵੇਂ ਆਪਾਂ ਸ਼ੀਸ਼ੇ ਦੇ ਅੱਗੇ ਹੁੰਦੇ ਹਾਂ, ਜਿੱਦਾਂ ਦੀ ਆਪਣੀ ਸ਼ਕਲ ਹੈ ਉੱਦਾਂ ਦੀ ਸ਼ੀਸ਼ਾ ਦਿਖਾਉਂਦਾ। ਜੇ ਆਪਾਂ ਹੱਸ ਕੇ ਦੇਖਾਂਗੇ ਉਹ ਹੱਸਦਿਆਂ ਦੀ ਦਿਖਾ ਦੇਗਾ, ਜੇ ਸ਼ਕਲ ਵਿਗਾੜ ਕੇ ਦੇਖਾਂਗੇ ਉਹ ਵਿਗੜੀ ਹੋਈ ਦਿਖਾ ਦੇਗਾ। ਦਿਖਾਉਣੀ ਉਹਨੇ ਉਹੀ ਹੈ ਜੋ ਆਪਾਂ ਦੇਖਣਾ ਚਾਹਾਂਗੇ, ਜਿੱਦਾਂ ਦਾ ਦੇਖਣਾ ਚਾਹਾਂਗੇ ਉੱਦਾਂ ਦੀ ਦਿਖਾ ਦੇਗਾ। ਇਹ ਇਸੇ ਤਰ੍ਹਾਂ ਹੀ ਸਤਿਗੁਰੂ ਸਾਨੂੰ ਸਮਝਾਉਂਦੇ, ਕਹਿੰਦੇ ਜਿਉ ਮਨ ਦੇਖੇ ਪਰ ਮਨ ਤੈਸਾ, ਜੈਸੀ ਮਨਸ਼ਾ ਤੈਸੀ ਦਸ਼ਾ। ਬਈ ਜੋ ਸਾਡੇ ਅੰਦਰ ਹੈ ਉਹ ਸਾਨੂੰ ਦੂਸਰਿਆਂ 'ਚ ਦਿਖਾਈ ਦਿੰਦਾ। ਜੇ ਹੁਣ ਆਪਣੇ ਅੰਦਰ ਆਪਾਂ ਨੂੰ ਬ੍ਰਹਮ ਦਿਖਾਈ ਦੇਣ ਲੱਗ ਗਈ, ਬਈ ਸਾਡੇ ਅੰਦਰ ਪਰਮਾਤਮਾ ਹੈ, ਫਿਰ ਜਦੋਂ ਅਸੀਂ ਦੂਸਰਿਆਂ 'ਚ ਦੇਖਾਂਗੇ ਸਾਨੂੰ ਉਹਨਾਂ 'ਚ ਵੀ ਪਰਮਾਤਮਾ ਹੀ ਦਿਸੇਗਾ। ਜਿਹੜੀ ਜੋਤ ਮੇਰੇ ਅੰਦਰ ਜਗਦੀ ਹੈ ਉਹੀ ਉਹ ਸਭ ਦੇ ਅੰਦਰ ਜਗ ਰਹੀ ਹੈ। ਜਿਹਨੂੰ ਮਹਾਰਾਜ ਕਹਿੰਦੇ ਸਾਹਮਣੇ ਜੋਤ ਜੋਤ ਹੈ ਸੋਈ, ਇਸ ਦੇ ਚਾਨਣ ਸਾਹਮਣੇ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਈ। ਬਈ ਫਿਰ ਸਾਨੂੰ ਭਾਈ ਤਾਂ ਖੁੱਲ੍ਹਦਾ ਵੀ ਜੋ ਬ੍ਰਹਮ ਸਾਡੇ ਅੰਦਰ ਉਹ ਸਾਰਿਆਂ ਦੇ ਵਿੱਚ ਹੀ ਬ੍ਰਹਮ। ਫਿਰ ਅਸੀਂ ਕਿਸੇ ਨਾਲ ਵੈਰ ਨਹੀਂ ਕਰਾਂਗੇ ਅਤੇ ਕਿਸੇ ਨੂੰ ਮੰਦਾ ਨਹੀਂ ਆਖਾਂਗੇ, ਵੀ ਮਾੜਾ ਕਿਹਨੂੰ ਆਖੀ। ਇਹੋ ਸਾਨੂੰ ਸਤਿਗੁਰੂ ਸਮਝਾਉਂਦੇ, ਵਾਹ ਵਾਹ ਵੈਰ ਵਿਰੋਧ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਬਈ ਤੁਸੀਂ ਕਿਸੇ ਨਾਲ ਵੈਰ ਵਿਰੋਧ ਨਾ ਕਰੋ, ਕਿਉਂਕਿ ਸਾਰੀਆਂ ਘਟਾਂ ਦੇ ਵਿੱਚ ਬ੍ਰਹਮੀ ਮਾਲਕ। ਸਾਨੂੰ ਵਾਰ ਵਾਰ ਗੁਰਬਾਣੀ ਗੁਰੂ ਵਿੱਚ ਸੰਤਾਂ ਨੇ ਇਹ ਗੱਲ ਪੁਕਾਰ ਪੁਕਾਰ ਕੇ ਆਖੀ, ਘਟ ਘਟ ਮੈਂ ਹਰ ਜੂ ਵਸੀ, ਸੰਤਨ ਕਿਹੋ ਪੁਕਾਰ। ਵੀ ਸੰਤ ਤਾਂ ਸਾਨੂੰ ਕਹਿੰਦੇ ਵੀ ਸਾਰੇ ਘਟਾਂ 'ਚ ਉਹੀਓ ਵੱਸਦਾ ਵਾਹਿਗੁਰੂ, ਪਰ ਉਹ ਹੁਣ ਸਾਨੂੰ ਦਿਸਦਾ ਕਿਉਂ ਨਹੀਂ ਸਾਰਿਆਂ 'ਚ? ਕਿਉਂਕਿ ਸਾਨੂੰ ਆਪਦੇ ਅੰਦਰ ਨਹੀਂ ਦਿਸਦਾ। ਜੋ ਸਾਡੇ ਅੰਦਰ ਹੈ ਸਾਨੂੰ ਉਹੀਓ ਦਿਸੇਗਾ। ਕਿ ਹੁਣ ਜੇ ਸਾਡੇ ਅੰਦਰ ਵੈਰ ਵਿਰੋਧ ਹੈ ਅਤੇ ਸਾਨੂੰ ਅੱਗੇ ਵੀ ਉਹੀਓ ਨਜ਼ਰ ਆਉਣਾ ਵੈਰ ਵਿਰੋਧ ਵਾਲਾ। ਸਾਡੇ ਅੰਦਰ ਦੁਵਿਧਾ ਹੈ, ਈਰਖਾ ਹੈ, ਨਫ਼ਰਤ ਹੈ, ਅਤੇ ਸਾਨੂੰ ਦੂਜਿਆਂ 'ਚ ਵੀ ਉਹੀ ਲੱਗਣੀ ਵੀ ਇਹਨਾਂ ਦੇ ਵਿੱਚ ਵੀ ਉਹੀਓ ਕੁਝ। ਹੁਣ ਤਾਂ ਫਿਰ ਆਪ ਨੂੰ ਸਮਝਾਉਂਦੇ ਵੀ ਇਹ ਸਾਰੀ ਅਵਸਥਾ ਸਾਡੇ ਮਨ ਦੀ। ਜਿਹੜਾ ਮਨ ਆਪ ਰੋਗੀ ਹੈ ਉਹਦੇ ਭਾਣੇ ਸਾਰੇ ਰੋਗੀ ਨੇ, ਰੋਗੀ ਕੇ ਭਾਣੇ ਸਭ ਰੋਗੀ। ਜਿਹੜਾ ਖੁਦ ਰੋਗੀ ਉਹਦੇ ਭਾਣੇ ਸਾਰੇ ਰੋਗੀ ਨੇ, ਉਹਨੂੰ ਕੋਈ ਤੰਦਰੁਸਤ ਜਾਪਦਾ ਹੀ ਨਹੀਂ। ਉਹਨੂੰ ਲੱਗਦਾ ਵੀ ਮੇਰੇ ਅੰਦਰ ਵੈਰ ਵਿਰੋਧ ਹੈ ਅਤੇ ਸਭ ਦੇ ਅੰਦਰ ਇਸੇ ਤਰ੍ਹਾਂ ਵੈਰ ਵਿਰੋਧ ਸੀ। ਉਹਨੂੰ ਲੱਗਦਾ ਵੀ ਮੇਰਾ ਮਨ ਨਹੀਂ ਟਿਕਦਾ, ਅਤੇ ਉਹਨੂੰ ਲੱਗਦਾ ਵੀ ਕਿਸੇ ਦਾ ਵੀ ਨਹੀਂ ਟਿਕਦਾ, ਵੀ ਸਾਰਿਆਂ ਦਾ ਹੀ ਇੱਦਾਂ ਹੀ ਦੌੜਿਆ ਫਿਰਦਾ। ਕਿਉਂਕਿ ਉਹਦਾ ਮਨ ਖੁਦ ਰੋਗੀ ਹੈ, ਇਸ ਕਰਕੇ ਉਹਨੂੰ ਸਾਰੇ ਰੋਗੀ ਨਜ਼ਰ ਆਉਂਦੇ। ਉਹਦੇ ਅੰਦਰ ਵੈਰ ਵਿਰੋਧ ਉਹਨੂੰ ਸਭ ਦੇ ਅੰਦਰ ਉਹੀਓ ਦਿਸਦਾ। ਜਿਹੜਾ ਮਨ ਸੁਖੀ ਹੈ, ਸੁਖੀ ਕਿਹੜਾ? ਜਿਹੜਾ ਸਹਿਜ ਵਿੱਚ ਆ ਕੇ ਜਿਹੜਾ ਸਿਮਰਨ ਕਰਦਾ ਹੈ ਉਹ ਸੁਖੀ ਹੈ, ਅਤੇ ਉਹ ਸੁਖੀ ਨੂੰ ਸਾਰੇ ਸੁਖੀ ਪ੍ਰਤੀਤ ਲੱਗਦੇ, ਉਹਨੂੰ ਸਾਰੇ ਸੁਖੀ ਨਜ਼ਰ ਆਉਂਦੇ। ਜਿਹਨੇ ਆਪਦਾ ਕਾਲਾ ਕਲੇਸ਼ ਖਤਮ ਕਰ ਲਿਆ, ਜਿਹੜਾ ਖੁਦ ਸੁਖੀ ਹੋ ਗਿਆ, ਜਿਹਨੂੰ ਮਹਾਰਾਜ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਜਿਨ੍ਹਾਂ ਨੇ ਗੁਰੂ ਦਾ ਵਚਨ ਮੰਨ ਕੇ ਸਿਮਰਨ ਕੀਤਾ, ਜਿਨ੍ਹਾਂ ਦਾ ਕਾਲਾ ਕਲੇਸ਼ ਮਿਟ ਗਿਆ, ਉਹ ਸੁਖੀ ਹੋ ਗਏ।
ਹੁਣ ਜਿਹੜਾ ਸੁਖੀ ਹੈ ਉਹਨੂੰ ਸਭ ਸੁਖੀ ਨਜ਼ਰ ਆਉਂਦੇ। ਸੁਖੀ ਇਹ ਕਹੋ ਪੇਖੇ ਸਭ ਸੁਖੀ ਆ, ਕਿਉਂਕਿ ਉਹਦਾ ਮਨ ਸੁਖੀ, ਉਹਦੇ ਮਨ ਨੂੰ ਸ਼ਾਂਤੀ ਹੈ, ਉਹਨੂੰ ਲੱਗਦਾ ਵੀ ਸਾਰੇ ਸੁਖੀ ਵੀ ਵੱਸਦੇ, ਕਿਉਂਕਿ ਉਹਨੂੰ ਸਾਰੇ ਸੁਖੀ ਲੱਗਦੇ। ਜਿਹੜਾ ਦੁਖੀ ਹੈ ਉਹਨੂੰ ਸਾਰੇ ਦੁਖੀ ਹੀ ਲੱਗਦੇ। ਜਿਹੜੇ ਮਨ ਦਾ ਆਪਦਾ ਭਰਮ ਖਤਮ ਹੋ ਗਿਆ, ਜਿਹਨੇ ਬ੍ਰਹਮ ਦੀ ਪਹਿਚਾਣ ਕਰ ਲਈ, ਉਹ ਆਪ ਮਿਲਿਆ ਹੋਇਆ, ਉਹਨੂੰ ਲੱਗਦਾ ਵੀ ਭੁੱਲਿਆ ਹੀ ਨਹੀਂ, ਕਿਉਂਕਿ ਉਹਦੀ ਆਪਦੀ ਅਵਸਥਾ ਗੁਰਮੁਖ ਦੀ। ਮਹਾਰਾਜ ਕਹਿੰਦੇ ਮੇਰੇ ਮਨ ਜਿਨ ਆਪਣਾ ਭਰਮ ਗਵਾਤਾ, ਤਿਸ ਕੇ ਭਾਣੇ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ। ਵੀ ਜਿਹੜੇ ਮਨ ਦਾ ਆਪਦਾ ਭਰਮ ਮਿਟ ਗਿਆ, ਜਿਹੜਾ ਆਪ ਤ੍ਰੈ ਗੁਣਾ ਤੋਂ ਉੱਪਰ ਚੌਥੇ ਪਦ ਵਿੱਚ ਚੱਲਾ ਗਿਆ, ਜਿਹਨੇ ਬ੍ਰਹਮ ਦੀ ਪਹਿਚਾਣ ਕਰ ਲਈ, ਮਾਲਕ 'ਚ ਲੀਨ ਹੋ ਗਿਆ, ਉਹਨੂੰ ਸਭ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ। ਉਹ ਜਾਣਿਓ ਫਿਰ ਗੁਰਮੁਖ ਸਭ ਨੂੰ ਸੀਸ ਝੁਕਾਉਂਦਾ। ਸਾਹਮਣੇ ਨਿਰਗੁਣ ਹੈ, ਸਵਾਸ ਦੇ ਰਿਹਾ, ਉਹ ਨਿਰਗੁਣ ਨੂੰ ਵੀ ਨਮਸਕਾਰ ਕਰਦਾ ਹੈ। ਜਦੋਂ ਸਰਗਨ ਰੂਪ 'ਚ ਕੋਈ ਉਹਦੇ ਸਾਹਮਣੇ ਆਉਂਦਾ, ਉਹਨੂੰ ਵੀ ਹੱਥ ਜੋੜ ਕੇ ਫਤਿਹ ਬੁਲਾਉਂਦਾ। ਮਾਲਕ ਦਾ ਸਰਗਨ ਰੂਪ ਹੈ ਇਹ। ਜਿਹੜਾ ਮਨ ਫਿਰ ਨਿਰਮਲ ਹੋ ਗਿਆ, ਜਿਹੜਾ ਮਨ ਜਾਗ ਪਿਆ, ਜਿਹੜਾ ਹਰੀ ਦਾ ਜਨ ਬਣ ਗਿਆ, ਉਹਦੀ ਅਵਸਥਾ ਮਹਾਰਾਜ ਦੱਸਦੇ। ਕਹਿੰਦੇ ਔਰ ਧਾਰੇ ਜੋ ਅੰਤਰ ਨਾਮ, ਸਰਬ ਮੈਂ ਪੇਖੇ ਭਗਵਾਨ, ਨੈਮਖ ਨੈਮਖ ਠਾਕਰ ਨਮਸਕਾਰੇ, ਨਾਨਕ ਅਪਰ ਸਗਲ ਨਿਸਤਾਰੇ। ਵੀ ਉਹ ਗੁਰਮੁਖ ਫਿਰ ਸਭ ਦੇ ਵਿੱਚ ਹੀ ਮਾਲਕ ਨੂੰ ਦੇਖ ਲੈਂਦਾ। ਵੀ ਮਾਲਕ ਦੇ ਦੋ ਹੀ ਰੂਪ ਨੇ, ਇੱਕ ਸਰਗੁਣ ਅਤੇ ਦੂਸਰਾ ਨਿਰਗੁਣ। ਇਹ ਦੋਵੇਂ ਹੀ ਆਪਣੇ ਸਾਹਮਣੇ ਨੇ। ਨਿਰਗੁਣ ਵੀ ਸਾਹਮਣੇ ਸਾਨੂੰ ਸੁਵਾਸ ਦੇ ਰਹੇ, ਸਰਗੁਣ ਵੀ ਸਾਹਮਣੇ, ਵੀ ਸਭ ਦੇ ਅੰਦਰ ਬੈਠੇ। ਇਹੋ ਤਾਂ ਆਪਾਂ ਨੂੰ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਮੈਨੂੰ ਸਰਗੁਣ ਰੂਪ 'ਚ ਦੇਖਣਾ ਚਾਹੁੰਦੇ ਹੋ, ਜਿੰਨੇ ਵੀ ਇਹ ਘੱਟ ਸਰੀਰ ਨੇ ਇਹ ਸਾਰੇ ਮੇਰੇ ਹੀ ਨੇ, ਮੈਂ ਸਭਨਾਂ ਦੇ ਅੰਦਰ ਵਸਦਾ, ਸਭ ਘੱਟ ਮੇਰੇ ਹੋ ਸਭਨਾਂ ਅੰਦਰ। ਵੀ ਜਿੰਨੇ ਵੀ ਘੱਟ ਸਰੀਰ ਨੇ ਸਾਰੇ ਮੇਰੇ ਹੀ ਨੇ, ਮੈਂ ਸਭਨਾਂ ਦੇ ਅੰਦਰ ਬੈਠ। ਇਹ ਸਾਰਾ ਮੇਰਾ ਹੀ ਰੂਪ ਨੇ। ਇਹ ਨੇਤਰੋ ਮੇਰੇ ਹੋ, ਇਹ ਵੈ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਵੀ ਇਹ ਸੰਸਾਰ ਹੀ ਸਾਰਾ ਮਾਲਕ ਦਾ ਹੀ ਰੂਪ ਹੈ, ਹਰੀ ਦਾ ਮੰਦਰ। ਹਰ ਮੰਦਰ ਇਹੋ ਜਗਤ ਹੈ, ਗੁਰ ਬਿਨ ਘੋਰ ਅੰਧਾਰ। ਵੀ ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਉਹਨਾਂ ਸਮਾਂ ਸਾਨੂੰ ਹਰੀ ਦਾ ਮੰਦਰ ਨਹੀਂ ਨਜ਼ਰ ਆਉਂਦਾ। ਉਹਨਾਂ ਸਮਾਂ ਤਾਂ ਹਨੇਰੀ ਹਨੇਰਾ, ਅਗਿਆਨਤਾ ਹੀ ਅਗਿਆਨਤ। ਜਦੋਂ ਗੁਰੂ ਦੀ ਮੱਤ ਲਵਾਂਗੇ, ਗੁਰੂ ਦੇ ਦੱਸੇ ਮਾਰਗ 'ਤੇ ਚੱਲਾਂਗੇ, ਫਿਰ ਪਤਾ ਲੱਗਦਾ ਵੀ ਇਹ ਜਿਹੜਾ ਜਗਤ ਇਹ ਸੱਚ ਦਾ ਘਰ ਹੈ, ਮਾਲਕ ਦਾ ਆਪਣਾ ਹੀ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵੀ ਅਸੀਂ ਸੱਚਖੰਡ ਦੇ ਵਿੱਚ ਹੀ ਰਹਿੰਦੇ ਹਾਂ, ਮਾਲਕ ਦੇ ਘਰ 'ਚ ਹੀ ਰਹਿੰਦੇ ਹਾਂ। ਅਸੀਂ ਉਹ ਤੋਂ ਕੋਈ ਦੂਰ ਤਾਂ ਹੈ ਹੀ ਨਹੀਂ। ਮਾਲਕ ਨੇ ਜੋ ਵੀ ਖੇਲ ਬਣਾਏ, ਜੋ ਵੀ ਪ੍ਰਗਟ ਕੀਤਾ, ਉਹ ਸਾਰਾ ਕੁਛ ਉਹਦੇ ਵਿੱਚ ਹੀ ਚੱਲ ਰਿਹਾ, ਉਹ ਤੋਂ ਬਾਹਰ ਨਹੀਂ ਹੈ। ਇਹ ਆਪਣੇ ਅੰਦਰ ਵੀ ਮਾਲਕ ਦੀ ਜੋਤ ਹੈ, ਤੇ ਬਾਹਰ ਵੀ ਚਾਰ ਚੁਫੇਰੇ ਸਾਡੇ ਪਰਮਾਤਮਾ ਹੀ ਪਰਮਾਤਮਾ। ਜਿਵੇਂ ਮੱਛੀ ਹੈ, ਉਹਦੇ ਅੰਦਰ ਵੀ ਪਾਣੀ ਹੈ, ਤੇ ਬਾਹਰ ਵੀ ਚਾਰ ਚੁਫੇਰੇ ਪਾਣੀ ਹੈ। ਹੁਣ ਉਹਦਾ ਜਿਹੜਾ ਜੀਵਨ ਹੀ ਪਾਣੀ ਹੈ। ਇਸੇ ਤਰ੍ਹਾਂ ਹੀ ਆਪ ਪਰਮਾਤਮਾ ਦੇ ਵਿੱਚ ਘਿਰੇ ਹੋਏ, ਸਾਡੇ ਅੰਦਰ ਵੀ ਉਹਦੀ ਜੋਤ ਹੈ, ਤੇ ਬਾਹਰ ਵੀ ਚਾਰ ਚੁਫੇਰੇ ਸਾਡੇ ਮਾਲਕ ਹੀ ਮਾਲਕ ਹੈ। ਤਾਂਹੀਓ ਮਹਾਰਾਜ ਕਹਿੰਦੇ ਸਦਾ ਅੰਗ ਸੰਗੇ। ਬਈ ਸਾਡੇ ਅੰਗ ਤੇ ਅੰਗਾਂ ਦੇ ਸੰਗ ਨਾਲ ਜਿੱਧਰ ਨੂੰ ਵੀ ਮੁੱਖ ਕਰਾਂਗੇ, ਉਹੀ ਉਹ ਹੈ, ਮਾਲਕ ਹੀ ਮਾਲਕ, ਪ੍ਰਕਾਸ਼ ਹੀ ਪ੍ਰਕਾਸ਼। ਹੁਣ ਐਸੀ ਅਵਸਥਾ ਜੀ ਮਹਾਰਾਜ ਕਹਿੰਦੇ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ।
ਬਈ ਤੂੰ ਐਡਾ ਵੱਡਾ ਦਰਿਆ ਹੈ, ਤੂੰ ਐਡਾ ਵੱਡਾ ਸਾਗਰ ਹੈ, ਮੈਂ ਛੋਟੀ ਜਿਹੀ ਮੱਛੀ। ਵੀ ਜਿਵੇਂ ਹੁਣ ਮੱਛੀ ਆ ਕੇ ਵੀ ਮੈਂ ਸਮੁੰਦਰ ਦਾ ਅੰਤ ਪਾ ਲਵਾਂ, ਅਤੇ ਉਹ ਸਮੁੰਦਰ ਦਾ ਅੰਤ ਥੋੜ੍ਹੀ ਪਾ ਸਕਦੀ। ਸਮੁੰਦਰ ਦੇ ਵਿੱਚ ਉਹ ਰਹਿ ਤਾਂ ਸਕਦੀ ਉਹਦੇ ਵਿੱਚ, ਪਰ ਉਹਦਾ ਅੰਤ ਨਹੀਂ ਪਾ ਸਕਦੀ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਪਰਮਾਤਮਾ ਬੇਅੰਤ ਹੈ। ਬਈ ਅਸੀਂ ਉਹ ਬੇਅੰਤ ਦੇ ਵਿੱਚ ਲੀਨ ਤਾਂ ਹੋ ਸਕਦੇ, ਉਹਦੇ ਵਿੱਚ ਸਮਾ ਤਾਂ ਸਕਦੇ, ਪਰ ਉਹਦਾ ਅੰਤ ਨਹੀਂ ਪਾ ਸਕਦੀ। ਤਾਈਓ ਮਹਾਰਾਜ ਫਰਮਾਉਂਦੇ ਤੂੰ ਬੇਅੰਤ ਕੋ ਵਿਰਲਾ ਜਾਣੇ। ਬਈ ਤੂੰ ਬੇਅੰਤ ਹੈ, ਤੇਰਾ ਕਿਸੇ ਨੇ ਵੀ ਅੰਤ ਨਹੀਂ ਪਾਇਆ। ਬਈ ਤੂੰ ਕਿੱਡਾ ਕੁ ਵੱਡਾ ਹੈ, ਕਿੰਨਾ ਕੁ ਲੰਮਾ ਚੌੜਾ ਹੈ, ਵੀ ਉਹਦਾ ਕੋਈ ਅੰਤ ਹੀ ਨਹੀਂ ਪਾਇਆ ਜਾ ਸਕਦਾ। ਤਾਈਓ ਕਹਿ ਦਿੱਤਾ ਸਤਿਗੁਰਾਂ ਨੇ ਬੇਅੰਤ, ਵੀ ਜਿਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਹੁਣ ਆਵਾਂ ਨੂੰ ਫਿਰ ਇਸ ਲਈ ਸਮਝਾਉਂਦੇ ਤੂੰ ਦਰਿਆਓ ਸਭ ਤੁਝ ਹੀ ਮਾਹੇ। ਬਈ ਤੂੰ ਦਰਿਆ ਹੈ, ਸਾਰਾ ਕੁਛ ਤੇਰੇ ਵਿੱਚ ਹੀ, ਜੋ ਵੀ ਬਣਿਆ ਹੋਇਆ ਇਹ ਸਾਰਾ ਕੁਛ ਮਾਲਕ ਦੇ ਵਿੱਚ ਹੀ ਬਣਿਆ ਹੋਇਆ। ਅਤੇ ਜਿੱਥੇ ਮਾਲਕ ਰਹਿੰਦਾ ਉਹਨੂੰ ਸੱਚਖੰਡ ਦਾ ਨਾਂ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਸੱਚਖੰਡ ਦੇ ਵਿੱਚ ਸਤਿਗੁਰ ਕਹਿੰਦੇ ਕਿਹਦਾ ਵਾਸਾ? ਨਿਰੰਕਾਰ ਦਾ, ਪਰਮਾਤਮਾ ਦਾ, ਵਾਹਿਗੁਰੂ ਦਾ। ਇਹ ਵਾਹਿਗੁਰੂ ਐਸੀ ਕੋਈ ਥਾਂ ਨਹੀਂ ਵੀ ਜਿੱਥੇ ਉਹ ਨਹੀਂ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸੱਚਖੰਡ ਕੋਈ ਇਹ ਨਹੀਂ ਜਿਵੇਂ ਕਈ ਜੀਵਾਂ ਨੇ ਕਲਪਨਾ ਕੀਤੀ ਹੁੰਦੀ ਵੀ ਅਸੀਂ ਮਰ ਕੇ ਜਾਣਾ। ਬਈ ਸੱਚਖੰਡ ਪਤਾ ਨਹੀਂ ਕਿੱਡੀ ਕੁ ਦੂਰ ਹੈ, ਕਿੰਨੇ ਕੁ ਕਿਲੋਮੀਟਰ ਅਸੀਂ ਜਾਣਾ, ਕਿੰਨਾ ਕੁ ਲੰਮਾ ਪੈਂਡਾ ਜਾਣਾ। ਵੀ ਫਿਰ ਜਦੋਂ ਉੱਥੇ ਜਾਵਾਂਗੇ ਉੱਥੇ ਪਤਾ ਨਹੀਂ ਕਿੰਨੇ ਵੱਡੇ ਵੱਡੇ ਗੇਟ ਲੱਗੇ ਹੋਣੇ। ਕੋਈ ਉੱਥੇ ਕਹਿੰਦਾ ਸੋਨੇ ਦੇ ਗੇਟ ਨੇ ਜੀ, ਚਾਂਦੀ ਦੇ ਗੇਟ ਲੱਗੇ ਨੇ। ਉੱਥੇ ਇਹ ਕੁਛ ਨਹੀਂ ਹੈ। ਇਹਦਾ ਅਸੀਂ ਮਨ ਘੜਤ ਉੱਦਾਂ ਹੀ ਬਣਾਇਆ ਹੁੰਦਾ ਵੀ ਸ਼ਾਇਦ ਇੱਦਾਂ ਹੋਏਗਾ, ਇੱਦਾਂ ਨਹੀਂ ਹੈ। ਪਰਮਾਤਮਾ ਕੋਈ ਸਾਤੋਂ ਦੂਰ ਥੋੜ੍ਹੀ ਹੈ। ਆ ਸਾਡੇ ਹੱਥ ਵੀ ਦੂਰ ਨੇ, ਉਹ ਤਾਂ ਸਾਡੇ ਹੱਥਾਂ ਤੋਂ ਵੀ ਨੇੜੇ। ਇਸ ਲਈ ਭਗਤਾਂ ਨੇ ਆਖਿਆ ਕਹੇ ਰਵਿਦਾਸ ਹੱਥ ਪੈ ਨੇੜੇ। ਵੀ ਸਾਡੇ ਤਾਂ ਹੱਥ ਵੀ ਦੂਰ, ਤੂੰ ਤਾਂ ਸਾਡੇ ਹੱਥਾਂ ਤੋਂ ਵੀ ਨੇੜੇ ਵੱਸਦਾ। ਅਤੇ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਮਾਲਕ ਜਿੱਥੇ ਰਹਿੰਦਾ ਉਹਨੂੰ ਕਹਿੰਦੇ ਸੱਚਖੰਡ, ਅਤੇ ਸੱਚਖੰਡ 'ਚ ਨਿਰੰਕਾਰ ਵੱਸਦਾ। ਅਤੇ ਨਿਰੰਕਾਰ ਐਸੀ ਵੀ ਥਾਂ ਨਹੀਂ ਜਿੱਥੇ ਨਾ ਹੋਵੇ। ਇਸ ਵਾਸਤੇ ਫਿਰ ਆਪਾਂ ਜੀਵ ਸੱਚਖੰਡ ਦੇ ਵਿੱਚ ਹੀ ਵੱਸਦੇ ਸਾਰੇ। ਹੁਣ ਆਪਾਂ ਬੈਠੇ, ਆਪਾਂ ਸੱਚਖੰਡ ਦੇ ਵਿੱਚ ਹੀ ਬੈਠੇ। ਇਹ ਧਰਤੀ, ਅਸਮਾਨ, ਚੰਦ, ਸੂਰਜ, ਤਾਰੇ, ਖੰਡ, ਬ੍ਰਹਿਮੰਡ, ਇਹ ਸਭ ਸੱਚਖੰਡ ਦੇ ਵਿੱਚ ਹੀ ਬਣੇ ਹੋਏ ਨੇ। ਇਸ ਲਈ ਮਹਾਰਾਜ ਸਾਨੂੰ ਸਮਝਾਉਂਦੇ ਕਹਿੰਦੇ ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਉਹ ਜਿੰਨੀ ਵੀ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਸਭ ਨੂੰ ਆਪਦੀ ਨਜ਼ਰ ਹੇਠ ਰੱਖਦਾ। ਕੋਈ ਉਹਦੀ ਨਜ਼ਰ ਤੋਂ ਬਾਹਰ ਨਹੀਂ ਹੈ, ਕੋਈ ਉਹ ਤੋਂ ਬਾਹਰ ਨਹੀਂ ਹੈ ਕੁਛ ਵੀ। ਸਭ ਨਜ਼ਰੀ ਅੰਦਰ ਰੱਖਦਾ, ਜੇਤੀ ਸ੍ਰਿਸ਼ਟ ਸਭ ਕੀਤੀ। ਵੀ ਜਿੰਨੇ ਵੀ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ ਸਭ ਉਹਦੇ ਵਿੱਚ ਹੀ ਬਣਿਆ ਹੋਇਆ ਸਾਰਾ ਕੁਛ, ਕੁਝ ਵੀ ਉਹ ਤੋਂ ਬਾਹਰ ਨਹੀਂ ਹੈ। ਹੁਣ ਆਪਾਂ ਜਦੋਂ ਚੱਲਦੇ ਹਾਂ ਆਪਾਂ ਸੱਚਖੰਡ ਦੇ ਵਿੱਚ ਹੀ ਚੱਲਦੇ ਹਾਂ। ਜਦੋਂ ਹੀ ਆਪਾਂ ਪੈਰ ਪੁੱਟਦੇ ਆ, ਇੱਕ ਪੈਰ ਆਪਣਾ ਸੱਚਖੰਡ 'ਚ ਹੁੰਦਾ, ਇੱਕ ਧਰਤੀ 'ਤੇ। ਅਤੇ ਇੱਥੇ ਖਾਲੀ ਖਲਾ 'ਚ ਹੀ ਆਪਾਂ ਵੱਸਦੇ। ਜਦੋਂ ਹੁਣ ਆਪਾਂ ਰਾਤ ਨੂੰ ਇਹ ਦੇਹ ਤੋਂ ਵਧੇਹ ਹੋ ਜਾਣਾ, ਆਪਾਂ ਇਹਨੂੰ ਧਰਤੀ ਕਹਿੰਦੇ, ਧਰਤੀ ਨੂੰ ਛੱਡ ਕੇ ਇੱਥੇ ਆ ਜਾਣਾ ਆਪਾਂ ਖਾਲੀ ਖਲਾ ਦੇ ਵਿੱਚ। ਇੱਥੇ ਫਿਰ ਚੱਲਦਾ ਸਾਰਾ ਕੁਛ, ਖਾਲੀ ਖਲਾ ਦੇ ਵਿੱਚੋਂ ਅਸੀਂ ਚੱਲਦੇ ਹਾਂ। ਇਹ ਜਿਹੜਾ ਖਾਲੀ ਖਲਾ ਇਹਨੂੰ ਨਿਰਗੁਣ ਕਹਿੰਦੇ। ਧਰਤੀ ਤੋਂ ਜਿਹੜਾ ਅਸਮਾਨ ਤੱਕ ਖਾਲੀ ਖਲਾ ਇਹਨੂੰ ਨਿਰਗੁਣ ਕਹਿੰਦੇ, ਇਹਨੂੰ ਨਿਰਗੁਣ ਦਾ ਖਜ਼ਾਨਾ ਕਹਿੰਦੇ। ਇਹ ਅਕਾਲ ਪੁਰਖ ਦੀ ਦੇਹ ਹੈ। ਜਿਵੇਂ ਆਪਣੀ ਦੇਹ ਹੁੰਦੀ ਨਾ, ਇਹ ਅਕਾਲ ਪੁਰਖ ਦੀ ਦੇਹ ਹੈ ਪਰਮਾਤਮਾ ਦੀ। ਇਹ ਅਕਾਲ ਪੁਰਖ ਦੀ ਦੇਹ ਦੇ ਵਿੱਚ ਕਰੋੜਾਂ ਹੀ ਵਿਸ਼ਨੂੰ ਮਹੇਸ਼ ਨੇ।
ਇਸ ਲਈ ਮਹਾਰਾਜ ਕਹਿੰਦੇ ਅਕਾਲ ਪੁਰਖ ਕੀ ਦੇਹ ਮੈਂ ਕੋਟਕ ਵਿਸ਼ਨ ਮਹੇਸ਼। ਬਈ ਜਿਵੇਂ ਇਹ ਅਕਾਲ ਪੁਰਖ ਦੀ ਦੇਹ ਦੇ ਵਿੱਚ ਜਿਹੜਾ ਸਾਰਾ ਕੁਝ ਉਹੀਓ ਇਹ ਆਪਣੀ ਦੇਹ ਦੇ ਵਿੱਚ ਦਿਖਾ ਦਿੱਤਾ। ਇਸੇ ਨੂੰ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਵੀ ਜੋ ਅਕਾਲ ਪੁਰਖ ਦੀ ਦੇਹ ਦੇ ਵਿੱਚ ਉਹੀਓ ਸਾਡੀ ਦੇਹ ਦੇ ਵਿੱਚ ਦਿਖਾ ਦਿੱਤਾ। ਇਹਦੇ ਵਿੱਚ ਵੀ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਜਦੋਂ ਇਹ ਸੰਸਾਰ ਦੀ ਉਤਪਤੀ ਹੁੰਦੀ, ਸੰਸਾਰ ਦਾ ਖੇਲ ਚੱਲਦਾ ਹੈ, ਜਿਹਨੂੰ ਮਹਾਰਾਜ ਫਰਮਾਉਂਦੇ ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨੂੰ ਮਹੇਸ਼ਾ ਸਭ ਉਪਤਜਿਤ ਸੰਸਾਰ। ਵੀ ਇਹ ਕਾਇਆ ਦੇ ਵਿੱਚ ਸਾਡੇ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਇਹ ਤੱਤਾਂ ਦੇ ਨਾਂ ਨੇ। ਜਿਵੇਂ ਪੌਣ ਤੱਤ ਹੈ ਉਹਨੂੰ ਬ੍ਰਹਮਾ ਕਹਿੰਦੇ, ਜਿਹੜਾ ਪਾਣੀ ਤੱਤ ਉਹਨੂੰ ਵਿਸ਼ਨੂੰ ਕਹਿੰਦੇ, ਅਤੇ ਅਗਨ ਤੱਤ ਨੂੰ ਮਹੇਸ਼ ਕਹਿੰਦੇ। ਹੁਣ ਇਹ ਪੌਣ ਪਾਣੀ ਅਗਨ ਤੋਂ ਹੀ ਇਹ ਪ੍ਰਗਟ ਹੋਏ ਨੇ। ਮਹਾਰਾਜ ਕਹਿੰਦੇ ਪੌਣ ਪਾਣੀ ਅਗਨ ਤਿੰਨ ਕੀਆ ਬ੍ਰਹਮਾ ਵਿਸ਼ਨ ਮਹੇਸ਼ ਆਕਾਰ। ਵੀ ਇਹ ਤੱਤਾਂ ਦੇ ਨਾਂ ਨੇ, ਪੌਣ ਪਾਣੀ ਅਗਨ, ਅਤੇ ਇਹਨਾਂ ਦੇ ਨਾਂ ਨੇ ਬ੍ਰਹਮਾ ਵਿਸ਼ਨ ਮਹੇਸ਼। ਇਹ ਆਪਣੀ ਇਸ ਕਾਇਆ ਦੇ ਅੰਦਰ ਨੇ, ਦੇਹ ਦੇ ਵਿੱਚ ਵਸਦੇ। ਹੁਣ ਇਹਨਾਂ ਤੋਂ ਹੀ ਸੰਸਾਰ ਦੀ ਅੱਗੇ ਉਤਪਤੀ ਹੁੰਦੀ, ਸੰਸਾਰ ਦਾ ਖੇਲ ਚੱਲਦਾ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੋ ਬਾਹਰ ਬ੍ਰਹਿਮੰਡ ਦੇ ਵਿੱਚ ਉਹੀਓ ਸਾਡੇ ਪਿੰਡੇ ਵਿੱਚ, ਵੀ ਜੋ ਵੀ ਅਸੀਂ ਖੋਜਣਾ ਚਾਹੁੰਦੇ ਹਾਂ ਫਿਰ ਅਸੀਂ ਅੰਦਰੋਂ ਖੋਜ ਕਰਕੇ ਅਸੀਂ ਲੱਭ ਸਕਦੇ। ਤਾਂਹੀਓ ਮਹਾਰਾਜ ਫਰਮਾਉਂਦੇ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ। ਵੀ ਜਿਹੜਾ ਗੁਰਮੁਖ ਉਹ ਕਾਇਆ ਦੀ ਖੋਜ ਕਰਦੇ ਉਹ ਬਾਹਰੀ ਭਰਮ 'ਚ ਨਹੀਂ ਪੈਂਦੇ, ਉਹ ਬਾਹਰ ਦੌੜਦਾ 'ਚ ਨਹੀਂ ਪੈਂਦੇ, ਆਪਦੇ ਅੰਦਰ ਦੀ ਖੋਜ ਕਰਦੇ। ਹੁਣ ਜਿਹੜੇ ਗੁਰਮੁਖ ਫਿਰ ਇਹ ਅੰਦਰ ਦੀ ਖੋਜ ਕਰਦੇ ਉਹਨਾਂ ਨੂੰ ਵੱਡੇ ਭਾਗਾਂ ਵਾਲੇ ਆਖੇ। ਰਾਮ ਰਾਮ ਬੋਲ ਬੋਲ ਖੋਜ ਤੇ ਬੜ ਭਾਗੀ। ਹੁਣ ਆਪਾਂ ਕਿਵੇਂ ਖੋਜਣਾ, ਉਹਦੇ ਵਾਸਤੇ ਸਤਿਗੁਰੂ ਆਪਾਂ ਨੂੰ ਇਹ ਸਾਸ ਗਿਰਾ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਸ ਵਿੱਚ ਮਨ ਕਰਦੇ ਹਾਂ, ਨਾਲ ਹੀ ਸਤ ਸੰਗਤ ਕਰਦੇ ਹਾਂ, ਫਿਰ ਮਹਾਰਾਜ ਕਹਿੰਦੇ ਵੀ ਸਾਡਾ ਇਹ ਜਿਹੜਾ ਜਨਮ ਮਰਨ ਦਾ ਭਰਮ ਇਹ ਖਤਮ ਹੋ ਜਾਂਦਾ ਹੈ। ਜੋ ਸਾਨੂੰ ਸਮਝਾਉਂਦੇ ਵੀ ਜੇ ਕਿਸੇ ਨੂੰ ਡਰ ਲੱਗਦਾ ਜਨਮ ਮਰਨ ਤੋਂ, ਫਿਰ ਉਹ ਸਾਧੂ ਜਨਾਂ ਦੀ ਸ਼ਰਨ ਦੇ ਵਿੱਚ ਆਵੇ ਅਤੇ ਉਹ ਗੁਰੂ ਦੀ ਮੱਤ ਲਵੇ, ਗਿਆਨ ਲਵੇ, ਅਤੇ ਫਿਰ ਉਹ ਜਨਮ ਮਰਨ ਤੋਂ ਮੁਕਤ ਹੋ ਸਕਦਾ। ਉਹ ਸਦਾ ਲਈ ਅਮਰ ਹੋ ਸਕਦਾ, ਹੁਕਮ ਦੇ ਵਿੱਚ ਆ ਸਕਦਾ ਅਤੇ ਹੁਕਮ 'ਚ ਸਮਾ ਕੇ ਸਦਾ ਲਈ ਉਹ ਅਮਰ ਪਦਵੀ ਜਿਹੜੀ ਉਹ ਪ੍ਰਾਪਤ ਕਰ ਸਕਦਾ। ਤਾਂਹੀਓ ਮਹਾਰਾਜ ਕਹਿੰਦੇ ਜੇ ਕੋ ਜਨਮ ਮਰਨ ਤੇ ਡਰੇ, ਸਾਧ ਜਨਾਂ ਕੀ ਸ਼ਰਨੀ ਪਰੇ। ਵੀ ਜੇ ਕਿਸੇ ਨੂੰ ਡਰ ਲੱਗਦਾ ਸਾਧੂ ਜਨਾਂ ਦੀ ਸ਼ਰਨ 'ਚ ਆਵੇ ਅਤੇ ਜੋ ਸਾਧੂ ਬਚਨ ਕਹਿੰਦਾ ਉਹ ਬਚਨਾਂ ਨੂੰ ਕਮਾਵੇ, ਫਿਰ ਉਹ ਸਦਾ ਵਾਸਤੇ ਜੀਵਨ ਮੁਕਤ ਹੋ ਸਕਦਾ। ਸੋ ਇਸ ਵਾਸਤੇ ਗੁਰਮੁਖੋ ਹੁਣੇ ਆਪ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਅਸੀਂ ਇਹ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਸਾਡੇ ਜੀਵਨ ਦਾ ਅਸਲ ਮਕਸਦ ਹੈ ਸਾਰਿਆਂ ਦਾ, ਜਿਸ ਵਾਸਤੇ ਸਾਨੂੰ ਇਹ ਵਾਰੀ ਮਿਲੀ, ਮੌਕਾ ਮਿਲਿਆ, ਹੁਣ ਅਸੀਂ ਇਹਦੇ ਵਿੱਚ ਰਹਿੰਦੇ ਹੋਏ ਹੁਕਮ ਦੀ ਪਹਿਚਾਣ ਕਰ ਲਈਏ, ਹੁਕਮ ਦੇ ਵਿੱਚ ਆ ਜਾਈਏ, ਮਾਲਕ ਦੀ ਪਹਿਚਾਣ ਕਰ ਲਈ। ਉਹਦੇ ਸਾਨੂੰ ਬੇਨਤੀਆਂ ਨੇ ਇੰਨੇ ਵਿਚਾਰ ਕਰਦਿਆਂ ਹੋਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ